Hello students, welcome to my YouTube channel. Today I am discuss about the lesson second, name is land, part first, subject SST Geography, class 10th. In this session I am discuss about to the lesson as well as very short question answers which is given in the end of the video, and I am translate this chapter in a Punjabi language. When any students find any kind of the problems, give into the my description box or my comment box related to the any kind of problems. Now I will start my session. ਇਹ ਸੈਸ਼ਨ ਸ਼ੁਰੂ ਹੁੰਦਾ ਪਾਠ ਦੂਜਾ ਲੈਂਡ। ਇਸ ਚੈਪਟਰ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਲੈਂਡ ਦੇ ਬਾਰੇ, ਵੀ ਜਿਹੜਾ ਪੰਜਾਬ ਜਿਹੜਾ ਕਿ ਇੰਡੀਆ ਦਾ ਪਾਰਟ ਆ, ਇਹਦੇ ਵਿੱਚ ਇਕੱਲਾ ਪੰਜਾਬ ਨਹੀਂ, ਇਹਦੇ ਵਿੱਚ ਅਸੀਂ ਹੋਲ ਇੰਡੀਆ ਦੀ ਗੱਲ ਕਰਾਂਗੇ। ਤੁਹਾਨੂੰ ਪਤਾ ਹੀ ਆ ਵੀ ਜਿਹੜਾ ਇੰਡੀਆ ਵਾ, ਇੰਡੀਆ ਦੇ ਵਿੱਚ ਜਿਹੜਾ ਨਾਰਥ ਸਾਈਡ ਦੇ ਵਿੱਚ ਆ ਕੀ ਆ ਹਿਮਾਲਿਆ ਮਾਊਂਟੇਨ ਆ, ਅਤੇ ਹਿਮਾਲਿਆ ਦੀਆਂ ਬਾਉਂਡਰੀ ਸਾਨੂੰ ਕਈ ਦੇਸ਼ਾਂ ਤੋਂ ਅਲੱਗ ਕਰਦੇ ਆ, ਜਿਵੇਂ ਨੇਪਾਲ, ਚਾਈਨਾ, ਇਹਨਾਂ ਤੋਂ। ਅਤੇ ਨਾਰਥ ਸਾਈਡ ਦੇ ਵਿੱਚ ਸਾਡੇ ਕੀ ਹੈ ਇੰਡੀਅਨ ਓਸ਼ਨ ਹੈ, ਜਿਹੜਾ ਕਿ ਸਾਨੂੰ ਸ਼੍ਰੀਲੰਕਾ ਅਤੇ ਹੋਰ ਕਈ ਦੇਸ਼ਾਂ ਤੋਂ ਅਲੱਗ ਕਰਦਾ ਵਾ। ਤਾਂ ਕਰਕੇ ਇਹਦੀ ਜੋਗਰਾਫੀਕਲ ਏਰੀਆ ਵੀ ਇੰਡੀਆ ਨੂੰ ਇੱਕ ਡਿਫਰੈਂਟ ਕੰਟਰੀ ਬਣਾਉਣ ਦੇ ਵਿੱਚ ਹੈਲਪ ਕਰਦੀ ਆ। ਇੰਡੀਆ ਦੀ ਜਿਹੜੇ ਸਾਈਕਲੋਗ੍ਰਾਫਿਕਸ ਜਿਹੜੀਆਂ ਫੀਚਰਸ ਨੇ ਉਹ ਐਗਜ਼ਿਸਟ ਕਰਦੀਆਂ ਨੇ ਉਹਦੀ ਪਲੇਟਸ ਕਰਕੇ, ਵੀ ਜਿਹੜੀਆਂ ਇੰਡੀਆ ਦੇ ਵਿੱਚ ਪਲੇਟਸ ਪਾਈਆਂ ਜਾਂਦੀਆਂ ਨੇ। ਅਤੇ ਇੰਡੀਆ ਨੂੰ ਤਾਂ ਕਰਕੇ ਕੀ ਕਿਹਾ ਜਾਂਦਾ, ਪੈਨੀਸੂਲਰ ਟਾਈਪ ਹੁੰਦੀ ਆ, ਤਾਂ ਕਰਕੇ ਇੰਡੀਆ ਨੂੰ ਕੀ ਕਿਹਾ ਜਾਂਦਾ, ਸੈਂਟਰ ਆਫ ਦੀ ਆ ਇੰਡੀਅਨ ਜੋਗਰਾਫੀ ਵੀ ਕਿਹਾ ਜਾਂਦਾ ਵਾ। ਇਹ ਯਾਦ ਰੱਖਣਾ ਵਾ। ਇੰਡੀਆ ਦੀਆਂ ਜਿਹੜੀਆਂ 3 ਸਾਈਡ ਪਲੇਟਸ ਨੇ, ਜਿਹਦੇ ਵਿੱਚ ਸੀ ਕੋਸਟਲ ਏਰੀਆ ਪੈਂਦਾ ਵਾ, ਇਜ਼ਲੈਂਡ ਪੈਂਦੇ ਨੇ, ਜਿਹਦੇ ਕਰਕੇ ਇਹ ਓਸ਼ਨ ਫਾਊਂਡ ਹੋਏ ਅਤੇ ਉਹਨਾਂ ਵਿੱਚ ਕਈ ਤਰੀਕੇ ਨਾਲ ਬਣ ਗਈਆਂ। ਅਕੋਰਡਿੰਗ ਟੂ ਦੀ ਐਸਟੀਮੇਸ਼ਨ, ਜਿਹੜਾ ਅਸੀਂ ਸੈਂਸਸ ਦਾ ਜਨਗਣਨਾ ਹੋਈ ਸੀਗੀ ਕਮਿਸ਼ਨ ਦੇ ਅਕੋਰਡਿੰਗ, ਇੰਡੀਆ ਦੇ ਜਿਹੜੇ ਫਿਜ਼ੀਕਲ ਯੂਨਿਟਸ ਨੇ ਉਹਨਾਂ ਦਾ ਏਰੀਆ ਹੇਠ ਲਿਖਿਆ ਅਕੋਰਡਿੰਗ ਡਿਵਾਈਡ ਕੀਤਾ ਗਿਆ। ਵੀ ਜਿਹੜਾ ਮਾਊਂਟੇਨ ਏਰੀਆ ਵਾ ਉਹ ਕਿੰਨਾ ਵਾ, 10.7%, ਹਿਲੀ ਏਰੀਆ ਜਿਹੜਾ ਵਾ ਉਹ 18.6%, ਪਲੈਟਿਊ ਏਰੀਆ ਵਾ 27.7% ਅਤੇ ਪਲੇਨ ਏਰੀਆ 43%। ਇਸ ਤੋਂ ਇਲਾਵਾ ਇਹ ਤੁਹਾਨੂੰ ਦੱਸਿਆ ਵੀ ਇੰਡੀਆ ਦਾ ਜਿਹੜਾ ਸਾਈਕਲਿਕਲ ਏਰੀਆ ਵਾ ਉਹ ਕਿਸ ਤਰੀਕੇ ਨਾਲ ਡਿਵਾਈਡ ਕੀਤਾ ਗਿਆ। ਜਿਵੇਂ ਅਸੀਂ ਗੱਲ ਕੀਤੀ ਆ ਵੀ ਮਾਊਂਟੇਨਸ ਨੇ, ਪਲੈਟਿਊਜ਼ ਨੇ, ਹਿਲਸ ਨੇ, ਪਲੇਨ ਏਰੀਆ ਵਾ, ਤਾਂ ਉਹ ਅਕੋਰਡਿੰਗ ਸਾਰਾ ਕੁਝ ਦਿਖਾਇਆ ਗਿਆ ਵਾ। ਬਟ ਮੇਨ ਚੀਜ਼ ਆ ਜਿਹੜੀ ਇੰਡੀਆ ਦਾ ਜਿਹੜਾ ਸਰਫੇਸ ਏਰੀਆ ਵਾ ਉਹ 5 ਮਾਈਕਰੋ ਲੈਵਲ ਦੇ ਅਕੋਰਡਿੰਗ ਇਹ ਵੰਡਿਆ ਗਿਆ ਵਾ। ਪਹਿਲਾ ਕੀ ਆ, ਹਿਮਾਲਿਆ ਮਾਊਂਟੇਨਸ, ਫਿਰ ਗ੍ਰੇਟ ਨਾਰਥ ਪਲੇਨਸ, ਫਿਰ ਪੈਨੀਸੂਲਾ ਪਲੈਟਿਊਜ਼ ਰੀਜਨ, ਫਿਰ ਉਹ ਤੋਂ ਬਾਅਦ ਕੋਸਟਲ ਪਲੇਨਸ ਅਤੇ ਇੰਡੀਅਨ ਇਜ਼ਲੈਂਡਸ। ਇਹ ਸਾਰੇ ਜਿਹੜੇ ਨੇ 5 ਪਾਰਟਸ ਦੇ ਵਿੱਚ ਇੰਡੀਆ ਨੂੰ ਹਰੇਕ ਚੀਜ਼ਾਂ ਵਿੱਚ ਡਿਵਾਈਡ ਕੀਤਾ ਗਿਆ। ਮੈਂ ਸਿਰਫ ਇਸ ਸੈਸ਼ਨ ਦੇ ਵਿੱਚ ਸਿਰਫ ਇੰਪੋਰਟੈਂਟ ਟੌਪਿਕਸ ਦੀ ਗੱਲ ਕਰਾਂਗਾ, ਜਿਹੜੇ ਕਿ ਸਾਡੇ ਚੈਪਟਰ ਨੂੰ ਸਮਝਾਉਣ ਦੇ ਲਈ ਅਤੇ ਲੌਂਗ ਕੁਐਸਚਨਸ ਨੂੰ ਈਜ਼ਲੀ ਅਟੈਂਪਟ ਕਰਨ ਦੇ ਲਈ ਇਹ ਯੂਜ਼ ਕੀਤੇ ਜਾ ਸਕਦੇ ਆ। ਸਭ ਤੋਂ ਪਹਿਲਾਂ ਹਿਮਾਲਿਆ ਮਾਊਂਟੇਨਸ ਰੇਂਜ, ਇਹ ਤੁਹਾਨੂੰ ਪਤਾ ਹੀ ਹੈ ਇੰਡੀਆ ਦੇ ਵਿੱਚ ਜਿਹੜਾ ਹਿਮਾਲਿਆ ਵਾ ਉਹ ਕਿੱਥੇ ਆ, ਨਾਰਥਰਨ ਪਾਰਟ ਦੇ ਵਿੱਚ ਆ, ਨਾਰਥਰਨ ਫਰੰਟ ਯਾਨੀ ਕਿ ਕਸ਼ਮੀਰ ਤੋਂ ਉੱਪਰ ਹੈ। ਤਾਂ ਇਹਦੇ ਵਿੱਚ ਕੀ ਆ, ਇਹ ਈਸਟ ਵੈਸਟ ਤੱਕ ਇਹਦੀ ਜਿਹੜੀ ਕਰਵਡ ਆ ਉਹ ਚਲੀ ਜਾਂਦੀ ਆ, ਤੁਹਾਨੂੰ ਪਤਾ ਵਾ ਇੱਥੋਂ ਸਿੱਕਮ ਤੱਕ ਚਲੀ ਜਾਂਦੀ ਆ ਈਸਟ ਸਾਈਡ, ਤਾਂ ਐਕਸਟੈਂਡ ਕਰਦਾ ਵਾ। ਇਹਦੀ ਜਿਹੜੀ ਐਕਸਟੈਂਸ਼ਨ ਆ ਉਹ ਕਿੰਨੀ ਹੈ, 2400 ਕਿਲੋਮੀਟਰ ਆ ਅਰੁਣਾਚਲ ਪ੍ਰਦੇਸ਼ ਤੱਕ, ਅਤੇ ਈਸਟ ਦੇ ਵਿੱਚ ਇਹ ਅਰੁਣਾਚਲ ਪ੍ਰਦੇਸ਼ ਦੇ 2400 ਕਿਲੋਮੀਟਰ ਆ, ਅਤੇ ਜੰਮੂ ਕਸ਼ਮੀਰ ਦੇ ਵੈਸਟ ਤੱਕ ਫੈਲੀ ਹੋਈ ਆ। ਇਹਦੀ ਵਾਈਡਨ ਜਿਹੜੀ ਏਰੀਆ ਵਾ 240 ਕਿਲੋਮੀਟਰ ਤੋਂ ਲੈ ਕੇ 320 ਕਿਲੋਮੀਟਰ, ਅਤੇ ਇਹਦਾ ਟੋਟਲ ਜਿਹੜਾ ਰੀਜਨਲ ਏਰੀਆ ਵਾ ਉਹ 5 ਲੱਖ ਕਿਲੋਮੀਟਰ ਆ, ਅਤੇ ਇਹਦੀ ਐਵਰੇਜ ਹਾਈਟ 5100 ਕਿਲੋਮੀਟਰ ਤੋਂ ਲੈ ਕੇ 17,000 ਫੀਟ ਤੱਕ ਚਲੀ ਜਾਂਦੀ ਆ। ਇਹਦਾ ਓਰੀਜਨ ਕਿਵੇਂ ਹੋਇਆ, ਵੀ ਜਿਹੜਾ ਜੇ ਗੱਲ ਕਰਿਆ ਜਾਵੇ ਹਿਮਾਲਿਆ ਮਾਊਂਟੇਨਸ ਦੇ ਵਿੱਚ ਕੀ ਹੋਇਆ ਸੀਗਾ, ਵੀ ਇੱਥੇ ਕੀ ਸੀਗਾ, ਰੀਵਰਸ ਆਉਂਦੀਆਂ ਸੀਗੀਆਂ। ਇਹਨੂੰ 400 ਲੱਖ ਸਾਲ ਪਹਿਲਾਂ ਤੋਂ ਇਹ ਬਣਿਆ ਹੋਇਆ ਵਾ ਹਿਮਾਲਿਆ। ਜਿਹੜਾ ਪ੍ਰੈਜ਼ੈਂਟ ਹਿਮਾਲਿਆ ਵਾ ਇਹਨੂੰ ਕੀ ਕਿਹਾ ਜਾਂਦਾ ਵਾ, ਜਵਾਨ ਹਿਮਾਲਿਆ ਵੀ ਕਿਹਾ ਜਾ ਸਕਦਾ, ਯੰਗ ਹਿਮਾਲਿਆ ਵੀ ਕਿਹਾ ਜਾ ਸਕਦਾ। ਇਹ ਹੌਲੀ ਹੌਲੀ ਹੁਣ ਬੁੱਢਾ ਹੁੰਦਾ ਜਾ ਰਿਹਾ, ਜਾਣੀ ਕਿ ਇਹ ਘਟਦਾ ਜਾ ਰਿਹਾ ਵਾ। ਪਹਿਲਾਂ ਜਿਹੜਾ ਹਿਮਾਲਿਆ ਸੀਗਾ ਇਹ ਕਿਸ ਤਰੀਕੇ ਨਾਲ ਬਣਿਆ, ਵੀ ਜਿਹੜੇ ਰੀਵਰਸ ਆਉਂਦੀਆਂ ਸੀਗੀਆਂ ਉਹ ਉੱਪਰ ਦੀ ਉੱਪਰ ਇਹਦੇ ਉੱਤੇ ਇੱਕ ਜਿਹੜਾ ਆਪਣਾ ਡਿਪੋਜ਼ਿਟ ਕਰਦੀਆਂ ਗਈਆਂ, ਮਿੱਟੀ ਡਿਪੋਜ਼ਿਟ ਕਰਦੀਆਂ ਗਈਆਂ, ਜਿਹਨੂੰ ਕਹਿ ਦਿੰਦੇ ਆ ਪਲੇਨਸ ਬਣਦੇ ਗਏ। ਤਾਂ ਹੌਲੀ ਹੌਲੀ ਇਹਦੀਆਂ ਮਿੱਟੀਆਂ ਇੱਕ ਜਗ੍ਹਾ ਧੱਸ ਗਈਆਂ, ਅਤੇ ਹੌਲੀ ਹੌਲੀ ਇਹ ਜਿਹੜੀਆਂ ਜ਼ਿਆਦਾ ਪ੍ਰੈਸ਼ਰਸ ਅਤੇ ਬੈਲਟ ਦੇ ਹਿੱਲਣ ਕਰਕੇ ਕੀ ਆ, ਇੱਕ ਜਗ੍ਹਾ ਸਖਤ ਹੋ ਗਏ, ਅਤੇ ਕੀ ਆ ਇੱਕ ਵੱਡਾ ਮਾਊਂਟੇਨ ਜਿਹੜੀ ਰੇਂਜ ਆ ਉਹ ਬਣ ਗਈ। ਤਾਂ ਇਸ ਕਰਕੇ ਹਿਮਾਲਿਆ ਪਰਬਤ ਦਾ ਰੀਜ਼ਨ ਹੋਇਆ। ਤੁਹਾਨੂੰ ਕਲਾਸੀਫਿਕੇਸ਼ਨ ਕਰਕੇ ਦੱਸਿਆ ਗਿਆ ਵੀ ਫਿਜ਼ੀਕਲ ਡਿਵੀਜ਼ਨ ਕਿਵੇਂ ਕੀਤੇ ਆ, ਜਿਹੜੇ ਆਪਾਂ 5 ਪਾਰਟਸ ਕੀਤੇ ਨੇ ਹੁਣੀ, ਹਿਮਾਲਿਆ ਮਾਊਂਟੇਨਸ, ਗ੍ਰੇਟ ਨਾਰਥ ਪਲੇਨ, ਪੈਨੀਸੂਲਾਸ, ਕੋਸਟਲ ਏਰੀਆ, ਇਜ਼ਲੈਂਡ, ਅਤੇ ਇਹਦੇ ਰੀਜ਼ਨ ਦੱਸਿਆ ਟਰਾਂਸ, ਗ੍ਰੇਟਸ, ਲੈਸ, ਆਊਟਰ ਹਿਲਸ ਅਤੇ ਈਸਟਰਨ ਵੈਸਟਰਨ। ਇਹਦੇ ਵਿੱਚ ਜਿਹੜਾ
ਮਾਊਂਟੇਨ ਜਿਹੜਾ ਹਿਮਾਲਿਆ ਮਾਊਂਟੇਨਸ ਆ ਉਹ ਕਿਵੇਂ ਵੰਡੇ ਗਏ ਨੇ। ਇਸੇ ਤਰੀਕੇ ਨਾਲ ਸਾਡਾ ਗ੍ਰੇਟਰ ਨਾਰਥਰਨ ਪਲੇਨਸ ਦੱਸਿਆ ਵਾ, ਪੈਨੀਸੂਲਰ ਦੱਸੀ ਗਈ ਹੈ, ਕੋਸਟਲ ਏਰੀਆ ਦੱਸੇ ਗਏ ਨੇ ਅਤੇ ਈਜ਼ਲੈਂਡ ਦੱਸੇ ਗਏ ਨੇ। ਆ ਤੁਹਾਨੂੰ ਦਿਖਾਇਆ ਗਿਆ ਵਾ ਹਿਮਾਚਲ ਦਾ ਏਰੀਆ। ਮੈਂ ਤੁਹਾਨੂੰ ਹਿਮਾਲਿਆ ਸੌਰੀ ਜਿਹੜਾ ਹਿਮਾਲਿਆ ਦਾ ਏਰੀਆ ਤੁਹਾਨੂੰ ਦੱਸਿਆ ਸੀ ਨਾਰਥ ਇੰਡੀਆ ਦੇ ਵਿੱਚੋਂ ਨਿਕਲ ਰਿਹਾ ਵਾ ਅਤੇ ਇਹ ਜਾ ਰਿਹਾ ਵੈਸਟ ਸਾਈਡ ਜਿਹੜਾ ਕਿ ਸਿੱਕਿਮ ਦੇ ਤੱਕ ਵਧਿਆ ਹੋਇਆ ਵਾ। ਇੱਥੇ ਹੀ ਸਾਡਾ ਚਾਈਨਾ ਅਤੇ ਚਾਈਨਾ ਵਾ ਅਤੇ ਨੇਪਾਲ ਤੋਂ ਇਹ ਵੀ ਸਾਨੂੰ ਅਲੱਗ ਕਰਦਾ ਵਾ, ਇਹ ਗੱਲ ਯਾਦ ਰੱਖਣੀ ਆ। ਨੈਕਸਟ ਇਹਦੇ ਬਾਅਦ ਦੱਸਿਆ ਵੀ ਜਿਹੜੇ ਅੱਗੇ ਅੱਗੇ ਜਿਵੇਂ ਵੰਡੇ ਹੋਏ ਨੇ। ਨੈਕਸਟ ਅਸੀਂ ਇਹਦੀ ਜਿਹੜੀ ਕਲਾਸੀਫਿਕੇਸ਼ਨ ਹੈ ਜਿਹੜੀ ਇਹ ਵੀ ਯਾਦ ਰੱਖਣੀ ਆ ਵੀ ਹਿਮਾਲਿਆ ਜਿਹੜੀ ਕਲਾਸੀਫਿਕੇਸ਼ਨ ਆ ਉਹ 5 ਪਾਰਟਸ ਦੇ ਅਕੋਰਡਿੰਗ ਕੀਤੀ ਗਈ ਹੈ। ਇੱਕ ਹੈਗਾ ਟਰਾਂਸ ਹਿਮਾਲਿਆ, ਇੱਕ ਗ੍ਰੇਟ ਹਿਮਾਲਿਆ, ਇੱਕ ਲੈਸਰ ਹਿਮਾਲਿਆ ਅਤੇ ਇੱਕ ਆਊਟਰ ਹਿਮਾਲਿਆ। ਜਿਹੜਾ ਟਰਾਂਸ ਹਿਮਾਲਿਆ ਦੀ ਗੱਲ ਕਰੀਏ ਇਹਦੇ ਵਿੱਚ ਕੀ ਨੇ ਮਾਊਂਟੇਨ ਜਿਹੜੇ ਐਕਸਟੈਂਡ ਹੋ ਚੁੱਕੇ ਨੇ ਉਹ ਪਰਮਕੋਟਨਸ ਤੱਕ ਆ ਨਾਰਥ ਵੈਸਟ ਇੰਡੀਆ ਦੇ ਵਿੱਚ ਅਤੇ ਨਾਰਥ ਈਸਟ ਦੇ ਪੈਲਰ ਈਚ ਇਹ ਚੱਲਦੀਆਂ ਨੇ। ਤਾਂ ਇਹਨੂੰ ਕੀ ਆ ਤਿੱਬਤ ਹਿਮਾਲਿਆ ਵੀ ਕਿਹਾ ਜਾਂਦਾ ਵਾ। ਕਿਉਂ ਕਿਹਾ ਜਾਂਦਾ ਵਾ? ਕਿਉਂਕਿ ਇਹ ਤਿੱਬਤ ਦੇ ਵਿੱਚ ਜਾ ਕੇ ਫਾਲ ਕਰ ਜਾਂਦਾ, ਯਾਨੀ ਕਿ ਤਿੱਬਤ ਤੱਕ ਇਹ ਫੈਲਿਆ ਹੋਇਆ ਵਾ। ਬਸ ਇੰਨੀਆਂ ਕੁ ਚੀਜ਼ਾਂ ਯਾਦ ਰੱਖਣ ਦੀ ਲੋੜ ਆ। ਗ੍ਰੇਟ ਹਿਮਾਲਿਆ ਜਿਹੜਾ ਵਾ ਉਹ ਐਕਸਟੈਂਡ ਕਰ ਚੁੱਕਿਆ ਵਾ ਕਾਫੀ ਅੱਗੇ ਤੱਕ। ਇਹਦੀ ਜਿਹੜੀ ਲੈਂਥ ਆ ਅਤੇ ਹਾਈਐਸਟ ਮਾਊਂਟੇਨ ਰੇਂਜ ਆ ਉਹ ਜਿਹੜੀ ਆ ਕੰਟਰੀ ਦੇ ਵਿੱਚ ਪੈ ਰਹੀ ਆ ਉਹ ਵੈਸਟਰਨ ਦਿਗਾ ਵਿੱਚ ਪੈਂਦੀ ਆ ਅਤੇ ਇਹ ਬ੍ਰਹਮਪੁੱਤਰਾ ਰਿਵਰ ਦੇ ਈਸਟ ਵੈਸਟ ਸਾਈਡ ਦੇ ਵਿੱਚ ਇਹ ਮਿਲਦੀ ਆ। ਜਿਵੇਂ ਕਿ ਤੁਹਾਨੂੰ ਆ ਦਿਖਾਇਆ ਜਾ ਰਿਹਾ ਵਾ ਇਹਦੇ ਵਿੱਚ ਕੀ ਆ ਹਿਮਾਲਿਆਸ ਦੀਆਂ ਪਲੇਟਸ ਦਿਖਾਈਆਂ ਗਈਆਂ ਨੇ। ਚਾਈਨਾ ਦਿਖਾਇਆ ਗਿਆ ਛੋਟੇ ਜਿਹੇ ਵਿੱਚ, ਸੌਰੀ ਆ ਜਿਹੜਾ ਤੁਹਾਨੂੰ ਛੋਟਾ ਜਿਹਾ ਪੁਆਇੰਟਸ ਦਿਖਾਇਆ ਗਿਆ ਵਾ ਇਹਦੇ ਵਿੱਚ ਚੀਨ ਅਤੇ ਦਿਖਾਇਆ ਗਿਆ ਵੀ ਹਿਮਾਲਿਆ ਕਿੱਦਾਂ ਆ ਰਿਹਾ। ਹਿਮਾਲਿਆ ਦੀਆਂ ਪਟੀਜ਼ ਨੇ ਜਿਹਦੇ ਵਿੱਚ ਕੀ ਆ ਦੇਖੋ ਦਿੱਲੀ ਆ ਇੱਥੇ। ਤਾਂ ਆ ਦਿਖਾਇਆ ਗਿਆ ਵੀ ਇਹਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਆ ਰਹੀਆਂ ਨੇ। ਹਿੰਦੂਕ ਸਿਲਜ਼, ਸਿਲਾਂਗਸ, ਸਿੱਕਿਮ ਆ ਸੀਗਾ, ਸਿੱਕਿਮ ਆ ਗਿਆ ਦੇਖੋ। ਭੂਟਾਨ ਜਿਹੜਾ ਕਿ ਇਹਨੂੰ ਹਿਮਾਲਿਆ ਦੇ ਇਹ ਸਾਨੂੰ ਅਲੱਗ ਕਰਦਾ ਵਾ ਇਸ ਚੀਜ਼ਾਂ ਤੋਂ। ਤਾਂ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਦਿਖਾਈਆਂ ਗਈਆਂ ਨੇ। ਨੈਕਸਟ ਸਾਡਾ ਹੈਗਾ ਗ੍ਰੇਟ ਨਾਰਥਰਨ ਪਲੇਨ। ਇਹਦੇ ਵਿੱਚ ਜ਼ਿਆਦਾ ਯਾਦ ਰੱਖਣ ਦੀ ਲੋੜ ਨਹੀਂ ਹੈਗੀ। ਨੈਕਸਟ ਅਸੀਂ ਗੱਲ ਕਰਦੇ ਹਾਂ ਗ੍ਰੇਟ ਨਾਰਥ ਪਲੇਨ। ਗ੍ਰੇਟ ਨਾਰਥਰਨ ਪਲੇਨ ਦਾ ਮਤਲਬ ਕੀ ਹੈ ਵੀ ਇੰਡਸ ਰਿਵਰਸ ਦੇ ਵੈਸਟ ਦੇ ਵਿੱਚੋਂ ਬ੍ਰਹਮਪੁੱਤਰਾ ਰਿਵਰ ਜਿਹੜੀ ਆ ਉਹ ਈਸਟਰਨ ਸਾਈਡ ਤੋਂ ਇਹ ਪਲੇਨਸ ਲੈ ਕੇ ਆਈ ਅਤੇ ਹੌਲੀ ਹੌਲੀ ਇਹ ਕੀ ਆ ਵਿਛਾਉਣ ਲੱਗ ਗਈ। ਅਤੇ ਪਰ ਜਿਹੜਾ ਰਾਜਸਥਾਨ ਸੀਗਾ ਉਹ ਹਿਊਮਿਡ ਏਰੀਆ ਸੀਗਾ, ਅਸਾਮ ਤੋਂ ਲਿਆਂਦੀ ਗਈ ਰਿਵਰਸ ਅਤੇ ਉਹਦੇ ਵਿੱਚ ਵਿਛਾਇਆ ਗਿਆ। ਨਾਰਥ ਪਲੇਨਸ ਦੇ ਵਿੱਚ ਜਿਹੜਾ ਸਾਊਥਰਨ ਸਲੋਪ ਬਣੀ ਹੈ ਹਿਮਾਲਿਆ ਮਾਊਂਟੇਨਸ ਦੀ ਉਹਦੇ ਵਿੱਚ ਜਿਹੜੀ ਮਿੱਟੀ ਸੀ ਉਹ ਰਗੜ ਰਗੜ ਕੇ ਨੀਚੇ ਆਉਂਦੀ ਸੀ। ਤਾਂ ਕਰਕੇ ਇੱਥੇ ਕੀ ਆ ਕਈ ਤਰ੍ਹਾਂ ਦੇ ਜਿਹੜੇ ਹੋਰ ਪਲੇਨਸ ਬਣ ਗਏ ਨੇ। ਇਹਦੇ ਵਿੱਚ ਹੀ ਜਿਹੜਾ ਸਾਡਾ ਰਿਵਰ ਜਿਹੜੀ ਰਾਵੀ ਰਿਵਰ ਲੈ ਕੇ ਆਉਂਦੀ ਆ ਗੰਗਾ ਦਾ ਡੈਲਟਾ ਜਿਹੜਾ ਬਣਦਾ ਵਾ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਹੀ ਬਣਦੀਆਂ ਨੇ। ਅਤੇ ਇਹਦੇ ਕਰਕੇ ਹੀ ਸਾਡੇ ਅਪਰੋਕਸੀਮੇਟਲੀ ਜਿਹੜੇ ਜ਼ਿਆਦਾਤਰ ਅਤੇ ਫਰਟਾਈਲ ਜਿਹੜੇ ਪਲੇਨਸ ਬਣੇ ਨੇ ਉਹ ਇਹਦੇ ਵਿੱਚੋਂ ਹੀ ਨੇ। ਜਿਹੜਾ ਸਾਡਾ ਪੰਜਾਬ ਆ ਉਹ ਵੀ ਇਹਨਾਂ ਵਿੱਚੋਂ ਹੀ ਆਉਂਦਾ ਵਾ ਕਿਉਂਕਿ ਇਸੇ ਪਲੇਨਾਂ ਦੇ ਰਸਤੇ ਇਹ ਬਣੇ ਨੇ। ਤਾਂ ਇਸ ਤਰੀਕੇ ਨਾਲ ਇਹ ਕੀ ਆ ਹੌਲੀ ਹੌਲੀ ਜਿਹੜਾ ਹਿਮਾਲਿਆ ਜਿਹੜਾ ਇਹ ਪਲੇਨਸ ਨੇ ਇਹ ਐਕਸਟੈਂਡ ਹੁੰਦੇ ਗਏ। ਨਾਰਥਨ ਦੇ ਜ਼ਿਆਦਾਤਰ ਪਲੇਨ ਇਸੇ ਕਰਕੇ ਹੀ ਬਣੇ ਨੇ ਰਿਵਰਸ ਕਰਕੇ। ਇੰਡਸ ਹੋ ਗਈ, ਬ੍ਰਹਮਪੁੱਤਰਾ ਹੋ ਗਈ, ਗੰਗਾ ਹੋ ਗਈ, ਰਾਵੀ ਹੋ ਗਈ, ਸਤਲੁਜ ਹੋ ਗਈ, ਚਨਾਬ, ਸਤਲੁਜ, ਜੇਹਲਮ ਇਹ ਸਾਰੀਆਂ ਇਸੇ ਰਿਵਰਸ ਦੀਆਂ ਟ੍ਰਿਬਿਊਟ ਸੀਗੀਆਂ ਜਿਨ੍ਹਾਂ ਨੇ ਇਹਦੀ ਹੈਲਪ ਕੀਤੀ ਇਸ ਪਲੇਨ ਨੂੰ ਬਣਾਉਣ ਦੇ ਵਿੱਚ। ਇਹ ਤੋਂ ਇਲਾਵਾ ਵੀ ਹੋਰ ਵੀ ਨੇ ਜਿਵੇਂ ਪੰਜਾਬ ਹਰਿਆਣਾ ਪਲੇਨਸ ਵੀ ਜਿਹੜੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਜਿਹੜੇ ਪਲੇਨਸ ਬਣਦੇ ਆ। ਥਾਰ ਡੈਜ਼ਰਟ ਪਲੇਨ ਜਿਹੜਾ ਕਿ ਰਾਜਸਥਾਨ ਦੇ ਵਿੱਚ ਬਣਦਾ ਵਾ। ਗੰਗਾ ਪਲੇਨ ਜਿਹੜਾ ਕਿ ਗੰਗਾ ਉੱਤਰ ਪ੍ਰਦੇਸ਼ ਅਤੇ ਇਹਨਾਂ ਦੇ ਵਿੱਚ ਬਣਦਾ ਵਾ। ਬ੍ਰਹਮਪੁੱਤਰਾ ਪਲੇਨਸ ਜਿਹੜਾ ਕਿ ਚੀਨ ਦੇ ਲਿਆਂਦੀ ਗਈ ਰਿਵਰ ਜਿਹੜੀ ਬ੍ਰਹਮਪੁੱਤਰਾ ਵਾ ਉਹ ਵਿਛਾ ਕੇ ਕਰਦੀ ਆ। ਠੀਕ ਹੈ ਜੀ। ਨੈਕਸਟ ਆ ਤੁਹਾਨੂੰ ਦੱਸਿਆ ਗਿਆ ਪਲੇਨ ਕਿਵੇਂ ਬਣਦੇ ਆ। ਦੇਖੋ ਰਾਜਸਥਾਨ ਦਾ ਏਰੀਆ ਵਾ ਜਿਹੜਾ ਵੀ ਅਸੀਂ ਗੱਲ ਕੀਤੀ ਆ ਵੀ ਇਹ ਪਲੇਨਸ ਕਿੱਥੇ ਕਿੱਥੇ ਬਣਦੇ ਆ। ਦੇਖੋ ਇੱਕ ਰਾਜਸਥਾਨ ਦਾ ਏਰੀਆ, ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਇਸ ਤੋਂ ਬਾਅਦ ਬਿਹਾਰ, ਫਿਰ ਵੈਸਟ ਬੰਗਾਲ ਅਤੇ ਅਸਾਮ ਇਹਨਾਂ ਏਰੀਆ ਦੇ ਵਿੱਚ ਜ਼ਿਆਦਾਤਰ ਪਲੇਨਸ ਏਰੀਆ ਬਣਦੇ ਨੇ। ਇਹ ਤੋਂ ਬਿਨਾਂ ਹੋਰ ਕੋਈ ਵੀ ਪਲੇਨ ਏਰੀਆ ਇਹਨਾਂ ਕਰਕੇ ਨਹੀਂ ਬਣਦੇ ਹੈਗੇ। ਇਹ ਯਾਦ ਰੱਖਣਾ ਤੁਸੀਂ। ਨੈਕਸਟ ਹੈਗੇ ਪੈਨੀਸੂਲਾ ਪਲੇਟਿਊਸ। ਹੁਣ ਜਿਹੜੇ ਪੈਨੀਸੂਲਾ ਪਲੇਟਿਊਸ ਕੀ ਨੇ ਇਹਦੀ ਜਿਹੜੀ ਸਿਚੁਏਸ਼ਨ ਆ ਉਹ ਕਿੱਥੇ ਆ ਨਾਰਥਨ ਸਾਈਡ ਦੇ ਵਿੱਚ ਪੈਂਦੀ ਆ। ਸਾਊਥ ਦੇ ਵਿੱਚ ਪੈਂਦੀ ਆ। ਨਾਰਥਨ ਜਿਹੜਾ ਗ੍ਰੇਟ ਪਲੇਨ ਬਣਦੇ ਆ ਉਹ ਟ੍ਰਾਇੰਗੂਲਰ ਇੰਸੀਡੈਂਸ ਦੇ ਵਿੱਚ ਬਣਦੇ ਆ, ਯਾਨੀ ਕਿ ਉਹ ਕਿਹੜੀ ਸ਼ੇਪ ਦੇ ਵਿੱਚ ਬਣਦੇ ਆ ਟ੍ਰਾਇੰਗੂਲਰ ਸ਼ੇਪ ਦੇ ਵਿੱਚ ਬਣਦੇ ਆ ਇੱਦਾਂ ਕਰਕੇ। ਤਾਂ ਕਰਕੇ ਇਹਦੇ ਵਿੱਚ ਜਿਹੜੀ ਇਹ ਸਪੇਸ ਆ ਇਹ ਹੋਰ ਜ਼ਿਆਦਾ ਐਕਸਟੈਂਡ ਹੋ ਜਾਂਦੀ ਆ, ਇਹ ਕੰਨਿਆ ਕੁਮਾਰੀ ਤੱਕ ਚਲੀ ਜਾਂਦੀ ਆ ਅਤੇ ਇਸ ਕਰਕੇ ਇਹਨੂੰ ਕੀ ਕਿਹਾ ਗਿਆ ਪੈਨਾਸੂਲਾ ਸ਼ੇਪ ਕਹੀ ਜਾਂਦੀ ਆ। ਇਹਨੂੰ ਪੈਨਾਸੂਲਾ ਸ਼ੇਪ ਇਸ ਕਰਕੇ ਵੀ ਕਹੀ ਜਾਂਦੀ ਆ ਕਿਉਂਕਿ ਇਹ 3 ਸਾਈਡ ਤੋਂ ਕੀ ਆ ਰਿਵਰਸ ਦੇ ਨਾਲ ਲੱਗਦੀ ਆ। ਤਾਂ ਕਰਕੇ ਇਹ ਇੱਕ ਟ੍ਰਾਇੰਗਲ ਜਿਹਾ ਬਣਾਉਂਦੀ ਹੈ ਜਿਹਦੇ ਕਰਕੇ ਇੱਕ ਲੈਂਡ ਜਿਹੜਾ ਬਲੋਕ ਬਣ ਜਾਂਦਾ। ਤਾਂ ਕਰਕੇ ਇਹਨੂੰ ਪੈਨਾਸੂਲਾ ਕਿਹਾ ਜਾਂਦਾ ਵਾ। ਇਸੇ ਕਰਕੇ ਇੰਡੀਆ ਨੂੰ ਵੀ ਪੈਨਾਸੂਲਾ ਸ਼ੇਪਸ ਦੇ ਵਿੱਚ ਵੀ ਕਿਹਾ ਜਾਂਦਾ ਵਾ। ਯਾਦ ਰੱਖਣਾ ਕਿਹਦੇ ਅਕੋਰਡਿੰਗ ਹੁੰਦਾ ਇਹਦੇ ਵਿੱਚ 3 ਰਿਵਰਾਂ ਇੱਕ ਸਾਈਡ ਦੇ ਇੱਕ ਲੈਂਡ ਏਰੀਆ ਨੂੰ ਘੇਰਦੀਆਂ ਨੇ ਤਾਂ ਉੱਥੇ ਇਹ ਚੀਜ਼ਾਂ ਬਣਦੀਆਂ ਨੇ। ਜਿਵੇਂ ਕਿ ਆਹ ਐਗਜ਼ਾਮਪਲ ਆ, ਆਹ ਐਗਜ਼ਾਮਪਲ ਹੈ। ਆ ਤੁਹਾਨੂੰ ਦੱਸਿਆ ਜਾ ਰਿਹਾ ਵੀ ਕਿਹੜੇ ਕਿਹੜੇ ਨੇ ਆ ਬਣ ਰਹੇ ਨੇ 3 ਰਿਵਰਸ 1 2 ਅਤੇ 3 ਸਾਈਡਸ ਦੇ ਵਿੱਚੋਂ ਇਹ ਕੀ ਆ
ਇਹ ਸਮੁੰਦਰਾਂ ਨਾਲ ਘਿਰਿਆ ਹੋਊਗਾ ਅਤੇ ਉੱਥੇ ਜਿਹੜੀਆਂ ਚੀਜ਼ਾਂ ਬਣਦੀਆਂ ਨੇ ਉਹਨਾਂ ਨੂੰ ਕਿਹਾ ਜਾਂਦਾ, ਜਿਵੇਂ ਗ੍ਰੇਟ ਹਾਈਲੈਂਡਸ ਬਣਦੀਆਂ ਨੇ, ਡੈਕਨਸ ਪਲੇਟਿਊਸ ਬਣਦੇ ਨੇ। ਤਾਂ ਇਹ ਸਾਰੇ ਕੀ ਨੇ, ਇਹ ਤੁਸੀਂ ਯਾਦ ਰੱਖਣੇ ਹੈ ਕੀ ਨੇ ਇਹ ਸਾਡੇ ਪੈਨਾਸੋਲਸ ਸ਼ੇਪਸ ਦੇ ਕਰਕੇ ਬਣਦੀਆਂ ਨੇ। ਵੀ ਇਹ ਪੈਨਾਸੋਲਾ ਪਲੇਟਿਊਸ ਨੇ ਜਿਹੜੇ ਕਿ ਕਠੋਰ ਇਹਦੇ ਕਰਕੇ ਬਣ ਗਏ ਨੇ। ਇਹਦੇ ਵਿੱਚ ਜਿਹੜੇ ਆ 7 ਦੱਸੇ ਗਏ ਨੇ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ ਵੀ ਆਪਣੇ ਨੌਲੇਜ ਦੇ ਲਈ, ਵੀ ਇਹ ਤੁਸੀਂ ਆਪਣੇ ਮਾਈਂਡ ਦੇ ਵਿੱਚ ਇਹ ਚੀਜ਼ਾਂ ਜ਼ਰੂਰ ਰੱਖਣੀਆਂ ਨੇ। ਗੱਲ ਕਰੀਏ ਕੋਸਟਲ ਪਲੇਨ ਦੀ। ਕੋਸਟਲ ਪਲੇਨ ਕਿਹੜਾ ਹੁੰਦਾ ਵਾ, ਇਹ ਜਿਹੜਾ ਡੈਕਨ ਪਲੇਟਿਊਸ ਆ ਉਹਦੇ ਸਰਾਊਂਡਡ 3 ਸਾਈਡ ਦੇ ਵਿੱਚ ਲੋ ਲੈਵਲ ਦੇ ਆ ਜਿਹੜੇ ਪਲੇਨਸ ਬਣਦੇ ਆ। ਲੌਂਗ ਤੇ ਲੋ ਲੈਵਲ ਦੇ ਪਲੇਨਸ ਬਣ ਜਾਂਦੇ ਹੁੰਦੇ ਆ। ਕੋਸਟਲ ਏਰੀਆ ਕਰਕੇ ਕਰਦੇ ਆ। ਇਹਦੇ ਵਿੱਚ ਕੱਛ ਦਾ ਏਰੀਆ ਜਿਹੜਾ ਕਿ ਗੁਜਰਾਤ ਦੇ ਵਿੱਚ ਪੈਂਦਾ ਵਾ, ਥਰੂ ਕੰਨਿਆ ਕੁਮਾਰੀ ਹੁੰਦੇ ਹੋਏ ਮਹਾਨੰਦੀਜ਼ ਡੈਲਟਾ ਤੱਕ ਇਹ ਫੈਲ ਜਾਂਦੇ ਆ। ਤਾਂ ਇੱਥੇ ਕੀ ਹੈ, ਜਿਹੜਾ ਸਮੁੰਦਰਾਂ ਅਤੇ ਰੀਵਰਾਂ ਤੋਂ ਲਿਆਂਦੀ ਗਈਆਂ ਜਿਹੜੀਆਂ ਮਿੱਟੀਆਂ ਹੁੰਦੀਆਂ ਨੇ ਉਹ ਕੋਸਟਲ ਏਰੀਆ ਦੇ ਵਿੱਚ ਕੀ ਹੁੰਦੀਆਂ ਨੇ, ਸਟੋਰ ਹੁੰਦੀਆਂ ਰਹਿੰਦੀਆਂ ਨੇ। ਤਾਂ ਕਰਕੇ ਇਹਦੀ ਇੱਕ ਪੈਨਾਸੋਲਾ ਸ਼ੇਪ ਵੀ ਬਣ ਜਾਂਦੀ ਹੈ। ਅਤੇ ਇੱਥੇ ਕੀ ਆ, ਕੋਸਟਲ ਪਲੇਨਸ ਬਣ ਜਾਂਦੇ ਆ। ਕੋਸਟਲ ਪਲੇਨ ਯਾਦ ਰੱਖਣੇ ਕਿਹੜੇ ਹੁੰਦੇ ਆ, ਉਹ ਪਲੇਨਸ ਜਿਹੜੇ ਕਿ ਸਿਰਫ ਰੀਵਰਸ ਦੇ ਕੰਢੇ ਹੋਣ ਕਰਕੇ ਉੱਥੇ ਜਿਹੜੀਆਂ ਰੀਵਰਸ ਆਪਣੇ ਨਾਲ ਮਿੱਟੀ ਬਹਾ ਲਿਆਉਂਦੀਆਂ ਨੇ, ਅਤੇ ਜਦੋਂ ਉਹ ਪਾਣੀ ਸੁੱਕ ਜਾਂਦਾ ਤਾਂ ਉੱਥੇ ਉਹ ਵਿਚ ਜਾਂਦੀਆਂ ਨੇ। ਤਾਂ ਹਰੇਕ ਸਾਲ ਐਵੇਂ ਹੀ ਹੁੰਦਾ ਰਹਿੰਦਾ ਵਾ। ਤਾਂ ਇਸ ਕਰਕੇ ਇਹ ਪਲੇਨ ਜ਼ਿਆਦਾਤਰ ਬਣਦੇ ਆ। ਜ਼ਿਆਦਾਤਰ 2 ਤਰ੍ਹਾਂ ਦੇ ਪਲੇਨ ਮੰਨੇ ਜਾਂਦੇ ਆ। ਕਿਹੜੇ ਨੇ, ਇੱਕ ਹੈਗਾ ਵਾ, ਯਾਦ ਰੱਖਣਾ ਵਾ ਕਿਹੜੇ ਨੇ, ਇੱਕ ਹੈਗਾ ਵਾ ਵੈਸਟਰਨ, ਇੱਕ ਹੈਗਾ ਕੋਸਟਲ। ਵੈਸਟਰਨ ਕੋਸਟਲ ਅਤੇ ਈਸਟਰਨ ਕੋਸਟਲ ਪਲੇਨ, ਇਹ ਜਿਹੜੇ ਕੀ ਨੇ ਵੈਸਟਰਨ ਅਤੇ ਈਸਟਰਨ ਸਾਈਡ ਦੇ ਬਣਦੀਆਂ ਨੇ। ਜਿਵੇਂ ਕਿ ਆ ਤੁਹਾਨੂੰ ਦਿਖਾਇਆ ਗਿਆ ਵਾ ਵੀ ਇਹਦੇ ਵਿੱਚ ਕਿਹੜੇ ਈਵੈਂਟ ਬਣਦੇ ਆ। ਇਹਦੇ ਵਿੱਚ ਦੇਖੋ ਆ ਵੈਸਟ ਘਾਟ ਅਤੇ ਇੱਧਰ ਈਸਟਰਨ ਘਾਟ ਦੇ ਆ ਜਿਹੜਾ ਏਰੀਆ ਨੀਅਰ ਬਾਏ ਲੱਗਦਾ ਵਾ। ਤਾਂ ਇਹ ਸਾਰੇ ਜਿਹੜੇ ਬਣਾਉਂਦੇ ਆ ਇਹਨਾਂ ਨੂੰ ਅਸੀਂ ਕੀ ਕਹਿੰਦੇ ਆ, ਕੋਸਟਲ ਪਲੇਨਸ। ਵੀ ਜਿਹੜੇ ਆਲੇ ਦੁਆਲੇ ਇਹਨਾਂ ਦੀ ਮਿੱਟੀ ਦੇ ਲਿਆਉਣ ਦੇ ਕਰਕੇ ਹੀ ਇੱਥੇ ਜਿਹੜੇ ਏਰੀਆ ਬਣਦੇ ਨੇ, ਤਾਂ ਉਹਨੂੰ ਅਸੀਂ ਕੀ ਕਿਹਾ ਜਾਂਦਾ ਵਾ, ਕੋਸਟਲ ਪਲੇਨਸ ਕਿਹਾ ਜਾਂਦਾ ਵਾ। ਲਾਸਟ ਅਤੇ ਮੋਸਟ ਇੰਪੋਰਟੈਂਟ ਜਿਹੜਾ ਵਾ ਉਹ ਹੈਗਾ ਇੰਡੀਅਨ ਈਜ਼ਲੈਂਡ। ਹੁਣ ਜਿਹੜੇ ਇੰਡੀਅਨ ਈਜ਼ਲੈਂਡ ਕਿਹੜੇ ਨੇ, ਜਦੋਂ ਇੰਡੀਆ ਰਿਪਬਲਿਕ ਹੋਇਆ ਤਾਂ ਉਹਨਾਂ ਨੇ ਸੀ ਦੇ ਏਰੀਏ ਜਿਹੜੇ ਨੇ, ਥੋੜ੍ਹੇ ਜਿਹੇ ਏਰੀਏ ਨੇ, ਉਹਨਾਂ ਨੂੰ ਆਪਣੇ ਅੰਡਰ ਲਿਆ ਵਾ। ਇਹਦੇ ਵਿੱਚੋਂ 250 ਈਜ਼ਲੈਂਡ ਬਣੇ ਜਾਂਦੇ ਆ। ਅਤੇ ਇਹਨਾਂ ਦੀ ਲੋਕੇਸ਼ਨ ਕੀ ਆ, ਇੰਡੀਅਨ ਆਈਸਲੈਂਡ ਦੇ ਅਕੋਰਡਿੰਗ ਵੰਡੀ ਗਈ ਆ। ਇਹਨਾਂ ਨੂੰ 2 ਸਬ ਡਿਵੀਜ਼ਨ ਦੇ ਵਿੱਚ ਵੰਡਿਆ ਗਿਆ, ਆਫਸ਼ੇਅਰਸ ਅਤੇ ਔਨਸ਼ੇਅਰਸ। ਆਫਸ਼ੇਅਰਸ ਕਿਹੜੇ ਹੁੰਦੇ ਆ, ਜਿਹਦੇ ਵਿੱਚ ਇਹਦੇ ਵਿੱਚ 230 ਮੰਨੇ ਜਾਂਦੇ ਆ ਜਿਹੜੇ ਈਜ਼ਲੈਂਡ ਬਣਦੇ ਆ। ਅਕੋਰਡਿੰਗ ਟੂ ਇਹਨਾਂ ਦੀ ਸੀ ਦੀ ਲੋਕੇਸ਼ਨ ਕਰਕੇ 2 ਹੋਰ ਪਾਰਟਸ ਦੇ ਵਿੱਚ ਵੰਡੇ ਗਏ ਨੇ, ਜਿਵੇਂ ਕਿ ਅਰਬਨ ਸੀਜ਼ ਅਤੇ ਈਜ਼ਲੈਂਡ ਅਤੇ ਬੇ ਆਫ ਬੰਗਾਲ ਈਜ਼ਲੈਂਡ। ਹੁਣ ਆ ਤੁਹਾਨੂੰ ਦਿਖ ਰਿਹਾ ਹੋਵੇਗਾ ਇੱਥੇ ਦਾ ਏਰੀਆ, ਜਿਹੜਾ ਬੇ ਆਫ ਬੰਗਾਲ ਦੇ ਵਿੱਚ ਜਿਹੜੇ ਬਣਦੇ ਆ ਉਹਨਾਂ ਨੂੰ ਕਿਹਾ ਜਾਂਦਾ ਵਾ, ਜਿਹੜੇ ਅਰਬ ਸਾਗਰ ਦੇ ਵਿੱਚੋਂ ਨਿਕਲਦੇ ਆ, ਯਾਨੀ ਕਿ ਅਰਬੀਅਨ ਰੀਵਰਸ ਦੇ ਵਿੱਚੋਂ, ਯਾਨੀ ਕਿ ਸੀ ਦੇ ਵਿੱਚੋਂ ਨਿਕਲਦੀਆਂ ਨੇ, ਤਾਂ ਉਹਨਾਂ ਨੂੰ ਅਸੀਂ ਇਹਨਾਂ ਦੇ ਵਿੱਚ ਪਾਉਂਦੇ ਹਾਂ, ਆਫਸ਼ੇਅਰਸ ਦੇ ਵਿੱਚ ਪਾਉਂਦੇ ਹਾਂ। ਅਤੇ ਆਈਸਲੈਂਡ ਜਿਹੜੇ ਬੇ ਆਫ ਬੰਗਾਲ ਦੇ ਨੀਅਰ ਬਣਦੇ ਆ, ਵਾਲੇ ਬੇ ਆਫ ਬੰਗਾਲ ਦੇ ਜਿਹੜੇ ਨੀਅਰ ਬਣਦੇ ਆ, ਤਾਂ ਉਹਨਾਂ ਨੂੰ ਅਸੀਂ ਇਹਨਾਂ ਵਿੱਚ ਕੈਰੀ ਕਰ ਲੈਂਦੇ ਹਾਂ। ਔਨਸ਼ੋਰਸ ਈਜ਼ਲੈਂਡ ਕਿਹੜੇ ਹੁੰਦੇ ਆ, ਜਿਹੜੇ ਕਿ ਸਾਗਰ, ਸ਼ਾਰਟ ਜਾਂ ਵੀਲਰ ਜਾਂ ਛੋਟੇ ਮੋਟੇ ਚੀਜ਼ਾਂ, ਜਾਂ ਜਿਵੇਂ ਕਿ ਗੰਗਾ ਦੇ ਡੈਲਟਾ ਤੋਂ ਬਣਦੇ ਨੇ, ਇਹਨਾਂ ਚੀਜ਼ਾਂ ਦੇ ਵਿੱਚ ਬਣਦੇ ਆ, ਤਾਂ ਉਹਨਾਂ ਨੂੰ ਕਿਹਾ ਜਾਂਦਾ ਵਾ। ਇਹ ਜ਼ਿਆਦਾਤਰ ਕਿੱਥੇ ਬਣਦੇ ਆ, ਜਿਵੇਂ ਤਾਮਿਲਨਾਡੂ ਦਾ ਏਰੀਆ ਹੋ ਗਿਆ ਇਹਨਾਂ ਦੇ ਵਿੱਚ, ਜਾਂ ਗੁਜਰਾਤ ਦਾ ਏਰੀਆ ਹੋ ਗਿਆ, ਇਹਨਾਂ ਦੇ ਵਿੱਚ ਜਿਹੜੇ ਨੀਅਰ ਬਾਏ ਜਿਹੜੀਆਂ ਚੀਜ਼ਾਂ ਬਣਦੀਆਂ ਨੇ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਈਜ਼ਲੈਂਡ। ਕਿਹੜਾ ਕਹਿੰਦੇ ਹਾਂ, ਔਨਸ਼ੋਰਸ ਈਜ਼ਲੈਂਡ ਕਹਿ ਦਿੰਦੇ ਹਾਂ। ਆਉਂਦੇ ਆ ਈਜ਼ਲੈਂਡ ਕਿਹੜਾ ਹੁੰਦਾ, ਇੱਕ ਛੋਟਾ ਜਿਹਾ ਪਾਰਟ ਜਿਹਦੇ ਵਿੱਚ ਕੀ ਹੁੰਦਾ ਵਾ, ਵੀ ਜਿਹੜਾ ਥੋੜ੍ਹਾ ਜਿਹਾ ਏਰੀਆ, ਜਿਹੜਾ ਕਿ ਸਮੁੰਦਰ ਦਾ ਛੋਟਾ ਜਿਹਾ ਏਰੀਆ, ਜਿਹੜਾ ਕਿ ਕੀ ਆ, ਆਲੇ ਦੁਆਲੇ ਸਿਰਫ ਥੋੜ੍ਹਾ ਜਿਹਾ ਏਰੀਆ ਹੀ ਹੁੰਦਾ ਜਿੱਥੇ ਕਿ ਲੈਂਡ ਮਿਲਦੀ ਆ, ਬਾਕੀ ਸਾਰਾ ਉਹ ਸਮੁੰਦਰ ਨਾਲ ਘਿਰਿਆ ਰਹਿੰਦਾ, ਉਹਨੂੰ ਈਜ਼ਲੈਂਡ ਕਿਹਾ ਜਾਂਦਾ ਵਾ। ਇਹ ਯਾਦ ਰੱਖਣਾ ਵਾ। ਅਤੇ ਇੰਡੀਆ ਦੇ ਜਿਹੜੇ ਜਿਵੇਂ ਲਕਸ਼ਦੀਪ ਹੋ ਗਿਆ, ਮਾਲਦੀਪ ਹੋ ਗਿਆ, ਠੀਕ ਆ, ਅੰਡੋਮਾਨ ਨਿਕੋਬਾਰ ਹੋ ਗਿਆ, ਲਕਸ਼ਦੀਪ ਹੋ ਗਏ, ਇਹ ਸਾਰੇ ਕੀ ਨੇ, ਈਜ਼ਲੈਂਡ ਨੇ, ਜਿਹੜੇ ਕਿ ਇੱਕ ਸਮੁੰਦਰ ਦੇ ਕਿਨਾਰੇ ਵਸੇ ਹੋਏ ਨੇ। ਜਿਹੜੇ ਬੇ ਆਫ ਬੰਗਾਲ ਦੇ ਨੀਅਰ ਪੈ ਜਾਂਦੇ ਉਹਨਾਂ ਨੂੰ ਬੇ ਆਫ ਬੰਗਾਲ ਵਾਲੇ ਕਹਿ ਦਿੱਤਾ ਜਾਂਦਾ ਵਾ। ਅਤੇ ਜਿਹੜੇ ਅਰਬਨ ਸੀ ਦੇ ਅਕੋਰਡਿੰਗ, ਯਾਨੀ ਕਿ ਜਿਹੜੇ ਅਰਬ ਸਾਗਰ ਦੇ ਸਾਈਡ, ਜਿਵੇਂ ਗੁਜਰਾਤ, ਮਹਾਰਾਸ਼ਟਰ, ਗੋਆ, ਇਹਨਾਂ ਦੀ ਸਾਈਡ ਬਣ ਜਾਂਦੇ ਆ, ਤਾਂ ਉਹਨਾਂ ਨੂੰ ਅਸੀਂ ਅਰਬੀਅਨ ਓਸ਼ਨ ਸੀਜ਼ ਕਹਿ ਦਿੰਦੇ ਹਾਂ। ਆਈ ਹੋਪ ਤੁਹਾਨੂੰ ਇਹ ਸਾਰਾ ਕਲੀਅਰ ਹੋ ਗਿਆ ਹੋਵੇਗਾ। ਅਤੇ ਇਸ ਦੇ ਵਿੱਚ ਅਸੀਂ ਕੀ ਯਾਦ ਕੀਤਾ ਵਾ, 5 ਪੁਆਇੰਟ ਯਾਦ ਕੀਤੇ ਨੇ, ਜਿਹੜਾ ਕਿ ਤੁਸੀਂ ਹਮੇਸ਼ਾ ਆਪਣੇ ਮਾਈਂਡ ਦੇ ਵਿੱਚ ਰੱਖਣੇ ਆ। ਕਿਹੜੇ 5 ਪੁਆਇੰਟ ਕੀਤੇ ਆ ਤੁਸੀਂ ਇਹ ਮਾਈਂਡ ਦੇ ਵਿੱਚ ਰੱਖਣਾ ਹੈ, ਜਿਵੇਂ ਹਿਮਾਲਿਆਸ ਮਾਊਂਟੇਨੇਜਰਸ ਵੀ, ਮਾਊਂਟੇਨਸ ਕਿੱਥੇ ਨੇ, ਹਿਮਾਲਿਆ ਮਾਊਂਟੇਨਸ ਕਿੱਥੇ ਨੇ, ਨਾਰਥ ਦੇ ਵਿੱਚ ਨੇ, ਨਾਰਥਨ ਅਪਰ ਪਾਰਟ ਦੇ ਵਿੱਚ ਨੇ, ਜਿਹੜੇ ਕਿ ਸਾਨੂੰ ਕਈ ਵੱਡੀਆਂ ਕੰਟਰੀਜ਼ ਤੋਂ ਅਲੱਗ ਕਰਦੇ, ਜਿਵੇਂ ਚਾਈਨਾ, ਨੇਪਾਲ, ਭੂਟਾਨ,
ਇਹਨਾਂ ਤੋਂ ਡਿਫਰੈਂਟ ਕਰਦੇ ਆ। ਗ੍ਰੇਟ ਨਾਰਥਰਨ ਪਲੇਨ ਜਿਹੜੇ ਕਿ ਨਾਰਥਰਨ ਸਾਈਡ ਦੇ ਵਿੱਚ, ਜਿਵੇਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਇਹਨਾਂ ਦੇ ਵਿੱਚ ਜਿਹੜੇ ਪਲੇਨਸ ਬਣਦੇ ਆ। ਪੈਨਿਸੂਲਰ ਪਲੇਟਿਊਜ਼, ਉਹ ਜਿਹੜੇ ਕਿ 3 ਰਿਵਰ ਦੇ ਅਕੋਰਡਿੰਗ ਇੱਕ ਪਠਾਰਾਂ ਜਿਹੀਆਂ ਬਣ ਜਾਂਦੀਆਂ ਨੇ, ਜਿੱਥੇ ਉੱਤੇ ਮਿੱਟੀ ਲਿਆਂਦੀ ਜਾਂਦੀ ਹੈ ਅਤੇ ਉਹ ਕਠੋਰ ਜਿਹੇ ਇੱਕ ਪਠਾਰ ਦੇ ਟਾਈਪ ਬਣ ਜਾਂਦੇ ਆ, ਤਾਂ ਉਹਨੂੰ ਪੈਨਿਸੂਲਰ ਸ਼ੇਪ ਕਿਹਾ ਜਾਂਦਾ ਵਾ। ਕੋਸਟਲ ਪਲੇਨ ਜਿਹੜਾ ਕਿ ਕੋਸਟਲ ਏਰੀਆ ਦੇ ਵਿੱਚ ਬਣਦੇ ਆ। ਕੋਸਟਲ ਏਰੀਆ ਜਿਹੜੇ ਸਮੁੰਦਰ ਦੇ ਕੰਢੇ ਜਿਹੜੇ ਰਾਜ ਬਸੇ ਹੋਏ ਨੇ, ਜਿਹੜੇ ਉਹਨਾਂ ਦੇ ਅਕੋਰਡਿੰਗ ਜਿਹੜੀਆਂ ਮਿੱਟੀ ਲਿਆ ਕੇ ਉੱਥੇ ਵਿਛਾ ਜਾਂਦੀ ਆ, ਤਾਂ ਉਹਨੂੰ ਕਿਹਾ ਜਾਂਦਾ ਵਾ ਇੰਡੀਅਨ ਇਜ਼ਲੈਂਡ। ਉਹ ਲੈਂਡ ਜਿਹੜੇ ਕਿ ਇੰਡੀਆ ਦੇ ਕੰਟਰੀ, ਜਿਹੜੇ ਇੰਡੀਆ ਦੇ ਅੰਡਰ ਆਉਂਦੀਆਂ ਨੇ, ਤਾਂ ਉਹਨੂੰ ਇਜ਼ਲੈਂਡ ਕਿਹਾ ਜਾਂਦਾ ਵਾ। ਇੰਡੀਆ ਦੇ ਵਿੱਚ 250 ਜਿਹੜੇ ਇਜ਼ਲੈਂਡ ਮੰਨੇ ਗਏ ਨੇ, ਅਤੇ ਇਹ ਕੀ ਆ, ਸਮੁੰਦਰ ਦੇ ਆਲੇ ਦੁਆਲੇ ਘਿਰੇ ਰਹਿੰਦੇ ਆ। ਆਈ ਹੋਪ ਤੁਹਾਨੂੰ ਇਹ ਸਾਰੀ ਟਰਾਂਸਲੇਸ਼ਨ ਤੁਹਾਨੂੰ ਸਮਝ ਆ ਗਈ ਹੋਵੇਗੀ। ਜੇਕਰ ਨਹੀਂ ਸਮਝ ਆਈ ਤਾਂ ਵਨਸ ਅਗੇਨ ਦੁਬਾਰਾ ਫਿਰ ਸ਼ੁਰੂ ਤੋਂ ਵੀਡੀਓ ਦੇਖ ਸਕਦੇ ਹੋ। ਨੈਕਸਟ ਹੁਣ ਅਸੀਂ ਗੱਲ ਕਰੀਏ ਵੈਰੀ ਸ਼ਾਰਟ ਕੁਐਸਚਨ ਆਨਸਰਸ ਦੀ। ਜਿਹੜਾ ਪਹਿਲਾ ਕੁਐਸਚਨ ਆਨਸਰ ਹੋਏਗਾ, ਨੇਮ ਦੀ ਮੇਨ ਯੂਨਿਟ ਆਫ ਦੀ ਇੰਡੀਅਨ ਫਿਜ਼ੀਕਲ ਡਿਵੀਜ਼ਨ। ਜਿਹੜਾ ਇੰਡੀਆ ਦੀ ਫਿਜ਼ੀਕਲ ਡਿਵੀਜ਼ਨ ਨੇ ਉਹਨੂੰ ਕਿੰਨੇ ਪਾਰਟਸ ਵਿੱਚ ਵੰਡਿਆ ਗਿਆ, ਤੁਹਾਨੂੰ ਆਪਾਂ ਹੁਣੀ ਕੀਤਾ ਵਾ 5 ਪਾਰਟਸ ਦੇ ਵਿੱਚ, ਕਿ ਹਿਮਾਲਿਆ ਰੇਂਜ, ਨਾਰਥਰਨ ਗ੍ਰੇਟ ਪਲੇਨਸ, ਪੈਨਿਸੂਲਰ ਪਲੇਟਿਊਜ਼, ਕੋਸਟਲ ਪਲੇਨਸ ਤੇ ਇੰਡੀਅਨ ਇਜ਼ਲੈਂਡ। ਇਹ ਜਿਹੜੇ 5 ਨੇ ਇਹ ਸਾਡੇ ਫਿਜ਼ੀਕਲ ਡਿਵੀਜ਼ਨ ਕਰਦੇ ਆ ਇੰਡੀਆ। ਕੁਐਸਚਨ ਸੈਕੰਡ, ਵਟ ਇਜ਼ ਦੀ ਸਾਈਜ਼ ਆਫ ਦੀ ਹਿਮਾਲਿਆਸ ਮਾਊਂਟੇਨ ਰੇਂਜ। ਹਿਮਾਲਿਆ ਮਾਊਂਟੇਨ ਰੇਂਜ ਦਾ ਕੀ ਸਾਈਜ਼ ਹੈ? ਦੀ ਹਿਮਾਲਿਆਸ ਪਾਸ ਟੂ ਦੀ ਕਨਵੈਕਸ ਕਰਵ। ਜਿਹੜੀ ਹਿਮਾਲਿਆ ਕੀ ਆ ਉਹ ਇੱਕ ਕਨਵੈਕਸ ਕਰਵ ਆ। ਇਟ ਇਜ਼ ਸੈਂਟਰਲ ਪਾਰਟ ਆਫ ਟੂ ਦੀ ਬੈਂਡ ਅਲੋਂਗ ਟੂ ਦੀ ਇੰਡੀਓ ਨੇਪਾਲੀਜ਼ ਬਾਰਡਰ ਐਂਡ ਲੁੱਕ ਲਾਈਕ ਟੂ ਦੀ ਵੋਲ। ਕਹਿੰਦੇ ਵੀ ਇਹਦਾ ਜਿਹੜਾ ਸੈਂਟਰਲ ਪਾਰਟ ਆ ਉਹ ਕੀ ਥੋੜਾ ਜਿਹਾ ਬੈਂਡ ਪਿਆ ਹੋਇਆ ਇੰਡੀਆ ਤੇ ਨੇਪਾਲੀਅਨ ਬਾਰਡਰ ਦੇ ਉੱਤੇ, ਤਾਂ ਕਰਕੇ ਕੀ ਹੈ ਇੱਕ ਧਨੁਰ ਸ਼ੇਪ ਦੇ ਵਿੱਚ ਜਾਂ ਇੱਕ ਧੁਸਿਆ ਹੋਇਆ ਜਾਂ ਬੈਂਡ ਪਿਆ ਹੋਇਆ ਇਹਦੀ ਸ਼ੇਪ ਲੱਗਦੀ ਹੈ। ਨੈਕਸਟ ਹੈਗਾ ਵਾ, ਵਟ ਡਿਡ ਦੀ ਹਿਮਾਲਿਆ ਮਾਊਂਟੇਨ ਰੇਂਜ ਔਰੀਜਿਨੇਟ। ਵੀ ਜਿਹੜਾ ਹਿਮਾਲਿਆ ਰੇਂਜ ਆ ਉਹ ਕਿੱਥੋਂ ਔਰੀਜਿਨੇਟ ਹੋਇਆ ਵਾ? ਹਿਮਾਲਿਆ ਹੈਜ਼ ਬੀਨ ਅ ਰਾਈਜ਼ਨ ਫਰੋਮ ਟੂ ਦੀ ਥੇਂਜਸ ਸੀ। ਜਿਹੜਾ ਇੱਕ ਥੇਂਜਸ ਸੀ ਸੀਗਾ ਉਹ ਤੋਂ ਹਿਮਾਲਿਆ ਬਣਿਆ ਵਾ। ਨੈਕਸਟ ਹੈਗਾ ਦੀ ਨੇਮ ਆਫ ਦੀ ਮੇਜਰ ਪਾਰਕਸ ਆਫ ਟੂ ਦੀ ਟਰਾਂਸ ਹਿਮਾਲਿਆ। ਟਰਾਂਸ ਹਿਮਾਲਿਆ ਦੇ ਵਿੱਚ ਜਿਹੜੇ ਮੇਜਰ ਪਾਰਟਸ ਨੇ ਉਹ ਕਿਹੜੇ ਕਿਹੜੇ ਨੇ? ਦੇਅਰ ਆਰ ਦੀ ਮੇਨ ਪੀਕਸ of to the mount KU, Gordon Bean, Austin's, Hindodin Peaks, Broad Peak, Grey Serbians, Rakaposhi, Hermux। ਇਹ ਜਿਹੜੇ ਇਹਦੇ ਨੇ ਕੀ ਨੇ, ਇਹ ਵੱਡੀਆਂ ਵੱਡੀਆਂ ਪੀਕਸ ਇਹਦੀਆਂ ਹੈਗੀਆਂ ਨੇ। which of to the mountains peak are founded at to the highest above to the 8000 ਮੀਟਰ into the greatest ਹਿਮਾਲਿਆ। ਗ੍ਰੇਟੈਸਟ ਹਿਮਾਲਿਆ ਦੇ ਵਿੱਚ ਸਭ ਤੋਂ ਉੱਚੀ ਜਿਹੜੀ ਪੀਕ ਆ ਜਿਹੜੀ ਕਿ 8000 ਮੀਟਰ ਤੋਂ ਉੱਪਰ ਆ, ਉਹ ਕਿਹੜੀ ਆ? ਦੀ ਮਾਊਂਟ ਐਵਰੈਸਟ 8848 ਮੀਟਰ, ਕਜਰੰਗਾ 8598 ਮੀਟਰਸ, ਮਾਲਾਕੁਲੂ 8481 ਮੀਟਰਸ, ਧਨੁਗਿਰੀ 8172 ਮੀਟਰਸ, ਮਾਨਾਲਸੂ, ਨੇਗਾ ਪ੍ਰਾਪਤ ਤੇ ਅਨਾਪੂਰਨਮਾ। ਇਹ ਕਿਹੜੀਆਂ ਨੇ ਮਾਊਂਟ ਐਵਰੈਸਟ ਦੀਆਂ ਹਾਈਐਸਟ ਪੀਕਸ ਨੇ ਜਿਨ੍ਹਾਂ ਦੀਆਂ ਦੱਸੀਆਂ ਗਈਆਂ ਨੇ। ਨੇਮ ਆਫ ਟੂ ਦੀਆਂ ਯੰਗ ਐਂਡ ਓਲਡ ਮਾਊਂਟੇਨਸ ਆਫ ਇੰਡੀਆ। ਇੰਡੀਆ ਦੇ ਯੰਗ ਤੇ ਓਲਡ ਮਾਊਂਟੇਨ ਬਾਰੇ ਦੱਸਣਾ ਵਾ। ਦੀਆਂ ਹਿਮਾਲਿਆ ਆਰ ਟੂ ਦੀਆਂ ਯੰਗ ਮਾਊਂਟੇਨ ਐਂਡ ਦੀਆਂ ਓਲਡ ਮਾਊਂਟੇਨ ਇਨਕਲੂਡਡ ਟੂ ਦੀਆਂ ਅਰਾਵਲੀਜ਼, ਵਿਦਸ ਤੇ ਸਪਤਪੁਰਾਸ। ਇਹ ਜਿਹੜੇ ਨੇ ਓਲਡ ਮੰਨੇ ਗਏ ਨੇ। ਨੈਕਸਟ ਹੈਗਾ ਵਾ, there are to the rift valleys located in India। ਲਿਫਟ ਵੈਲੀ ਕਿੱਥੇ ਲੋਕੇਟਡ ਆ? ਲਿਫਟ ਵੈਲੀਜ਼ are founded over to the peninsular India like to the ਨਰਮਦਾ ਐਂਡ ਤ੍ਰਿਪਤੀ ਵੈਲੀਜ਼। ਇਹ ਕਿੱਥੇ ਨੇ ਸਾਡੇ? ਨਰਮਦਾ ਦੇ ਤ੍ਰਿਪਤੀ ਜਿਹੜੀ ਆ ਤਪਤੀ ਵੈਲੀਜ਼ ਜਿਹੜੀ ਆ ਉੱਥੇ ਮਿਲਦੇ ਆ। ਨੈਕਸਟ ਕੁਐਸਚਨ ਹੈਗਾ ਜੀ, ਵਟ ਇਜ਼ ਮੈਂਟ ਬਾਈ ਦੀ ਡੈਲਟਾ। ਡੈਲਟਾ ਕੀ ਹੁੰਦਾ ਵਾ? ਦੀ ਟ੍ਰਾਇੰਗੂਲਰ ਸ਼ੇਪਡ ਲੈਂਡ ਫਾਊਂਡਡ into the lower course of to the river is called delta। ਡੈਲਟਾ ਉਹ ਹੁੰਦਾ ਵੀ ਇਹ ਟ੍ਰਾਇੰਗੂਲਰ ਸ਼ੇਪ ਦੇ ਵਿੱਚ ਹੁੰਦੀ ਹੈ, ਤੇ ਜਿਹੜਾ ਰਿਵਰ ਦੇ ਜਿਹੜਾ ਸਭ ਤੋਂ ਲੋਐਸਟ ਮਿੱਟੀ ਲਿਆ ਕੇ ਵਿਛਾ ਦਿੰਦੇ ਉਹਨੂੰ ਅਸੀਂ ਕਹਿੰਦੇ ਹਾਂ ਡੈਲਟਾ ਕਹਿੰਦੇ ਆ। ਨੇਮ ਸਮ ਇੰਪੋਰਟੈਂਟ ਡੈਲਟਿਕ ਰੀਜਨ ਆਫ ਇੰਡੀਆ। ਇੰਡੀਆ ਦੇ ਜਿਹੜੇ ਡੈਲਟਿਕ ਰੀਜਨ ਨੇ ਉਹ ਕਿਹੜੇ ਕਿਹੜੇ ਨੇ? ਦੀਆਂ ਮੇਨ ਡੈਲਟਿਕ ਰੀਜਨ ਇਜ਼ ਗੰਗਾ ਬ੍ਰਹਮਪੁੱਤਰਾ, ਗੋਦਾਵਰੀ ਡੈਲਟਾ, ਕਾਬਰੀਜ਼, ਕ੍ਰਿਸ਼ਨਾ ਡੈਲਟਾ ਤੇ ਮਹਾਨੰਦੀ ਡੈਲਟਾ। ਇਹਦੇ ਮੇਨ ਜਿਹੜੇ ਡੈਲਟਾ ਨੇ ਉਹ ਨੇ। ਬਟ ਇਜ਼ ਦੀਆਂ ਪਾਸਿਸ ਆਰ ਫਾਊਂਡਡ ਇਨ ਦੀਆਂ ਹਿਮਾਲਿਆ ਮਾਊਂਟੇਨ। ਹਿਮਾਲਿਆ ਮਾਊਂਟੇਨਸ ਦੇ ਵਿੱਚੋਂ ਕਿਹੜੇ ਕਿਹੜੇ ਪਾਸਿਸ ਸਾਨੂੰ ਮਿਲਦੀਆਂ ਨੇ? ਦੀਆਂ ਮੇਨ ਪਾਸਿਸ ਆਫ ਦੀਆਂ ਹਿਮਾਲਿਆ ਵਾਸ ਟੂ ਦੀਆਂ ਬੁਰਜੇਜ਼, ਜੋਜ਼ਿਲਾ, ਨਾਨਕਲਾ, ਚੰਗਲਾ, ਖੁਰਨੁਕਲਾ, ਬਰਲਾ, ਸ਼ਿਪਕਾਲਾ, ਨਾਥੂਲਾ, ਤਕਲਾ ਕੋਟ। ਇਹ ਸਾਰੀਆਂ ਜਿਹੜੀਆਂ ਨੇ ਇਹ ਹਿਮਾਲਿਆ ਮਾਊਂਟੇਨਸ ਦੇ ਵਿੱਚ ਮਿਲਦੀਆਂ ਨੇ।
ਨੇਮ ਆਫ ਟੂ ਦੀਆਂ ਇੰਪੋਰਟੈਂਟ ਮਾਊਂਟੇਨ ਰੇਂਜ ਆਫ ਦੀ ਲੈਸਰ ਹਿਮਾਲਿਆ। ਲੈਸਰ ਹਿਮਾਲਿਆ ਦੇ ਵਿੱਚ ਕਿਹੜੇ ਮਾਊਂਟੇਨ ਰੇਂਜ ਮਿਲਦੀਆਂ ਨੇ? ਪੀਰ ਪਚੰਗਰ ਇਨ ਕਸ਼ਮੀਰ, धंधुधर टू कुमरोन इन हिमालय, महाभारत रेंज इन नेपाल, मसूरी इन यूपी, थिम्पू इन भूटान। ये ਜਿਹੜੇ ਨੇ ਮੇਨ ਜਿਹੜੇ ਕਿ ਮਾਊਂਟੇਨ ਰੇਂਜ ਮਿਲਦੀਆਂ ਨੇ ਉਹਦੇ ਵਿੱਚ। ਨੈਕਸਟ ਹੈਗਾ ਬਾਈ ਵਿਚ ਇਜ਼ ਦੀ ਹਿਲ ਸਟੇਸ਼ਨ ਐਂਡ ਵੈਲੀਜ਼ ਆਰ ਫਾਊਂਡਡ ਇਨਟੂ ਦੀ ਲੈਸਰ ਹਿਮਾਲਿਆ। ਕਿਹੜੇ ਆ ਹਿਲ ਸਟੇਸ਼ਨ ਤੇ ਵੈਲੀਆਂ ਜਿਹੜੀਆਂ ਘਾਟੀਆਂ ਮਿਲਦੀਆਂ ਨੇ ਲੈਸਰ ਹਿਮਾਲਿਆ ਦੇ ਵਿੱਚ? ਸ਼ਿਮਲਾ, ਸ਼੍ਰੀਨਗਰ, ਮਸੂਰੀ, ਨੌਟੰਦਲ, दार्जिलिंग, चकट्रा आर ਦੀਆਂ ਮੇਨ ਹਿਲਸ ਰਿਸੋਰਟਸ। ਅੱਗੇ ਹੈਗਾ ਵਾ ਨੇਮ ਆਫ ਟੂ ਦੀਆਂ ਮੇਨ ਡੂਨ ਵੈਲੀਜ਼ ਆਫ ਆਵਰ ਕੰਟਰੀ। ਡੂਨ ਵੈਲੀਜ਼ ਜਿਹੜੀਆਂ ਡੂਨ ਘਾਟੀਆਂ ਨੇ ਉਹ ਕਿਹੜੀਆਂ ਨੇ? ਦੇਹਰਾਦੂਨ, ਪਾਟਲੀ ਡੂਨ, ਕੋਠਾਰੀ ਡੂਨ, ਉਦਮਪੁਰ, ਕੋਟਾਲੀ। ਇਹ ਜਿਹੜੇ ਨੇ ਮੇਨ ਸਾਡੇ ਡੂਨ ਵੈਲੀਜ਼ ਨੇ। ਅੱਗੇ ਹੈਗਾ ਵਾ ਨੇਮ ਆਫ ਟੂ ਦੀਆਂ ਮੇਜਰ ਈਸਟਰਨ ਆਫ ਸ਼ੂਟਸ ਆਫ ਹਿਮਾਲਿਆ। ਵੈਸਟ ਜਿਹੜੇ ਈਸਟਰਨ ਸਾਈਡ ਦੇ ਵਿੱਚ ਆਫ ਸ਼ੂਟਸ ਨੇ ਹਿਮਾਲਿਆ ਦੇ ਉਹ ਕਿਹੜੇ ਨੇ? ਪਟਕੋਰੀ, ਬੁਮ, ਗਗੁਰੀ, ਕਾਸੀ, ਜਨੂਤਰੀਆ, ਤ੍ਰਿਪੁਰਾ। ਇਹ ਜਿਹੜੀਆਂ ਮੇਨ ਨੇ ਸਾਡੀਆਂ ਈਸਟਰਨ ਸਾਈਡ ਦੇ ਉੱਤੇ। ਅੱਗੇ ਹੈਗਾ ਵਾ ਵਿਚ ਲੈਂਡਫਾਰਮਸ ਫੀਚਰਸ ਫਾਊਂਡ ਇਨ ਟੂ ਦੀਆਂ ਰਿਵਰਸ ਆਫ ਦੀ ਗ੍ਰੇਟ ਨਾਰਥਰਨ ਪਲੇਨ। ਨਾਰਥਰਨ ਪਲੇਨ ਦੇ ਵਿੱਚ ਕਿਹੜੇ ਫਾਰਮ ਮਿਲਦੇ ਆ? ਰਾਵਲਸ, ਕੌਨਸ, ਫੈਂਸ, ਮੀਨੈਂਡਰਸ, ਰਿਵਰਸ, ਸਟ੍ਰੀਚਰਸ, ਨੈਚੁਰਲ ਲੀਫਸ ਐਂਡ ਫਲੱਡ ਪਲੇਨਸ। ਇਹ ਜਿਹੜੇ ਨੇ ਉੱਥੇ ਸਾਨੂੰ ਰਿਵਰਸ ਮਿਲਦੀਆਂ ਨੇ। ਨੈਕਸਟ ਹੈਗਾ ਵਿਚ ਆਫ ਦੀਆਂ ਇੰਟਰਫਲੂਅਸ ਆਰ ਟੂ ਦੀ ਫਾਊਂਡ ਇਨ ਦੀਆਂ ਨਾਰਥ ਵੈਸਟ ਪਲੇਨ। ਨਾਰਥ ਵੈਸਟ ਪਲੇਨ ਦੇ ਵਿੱਚ ਕਿਹੜੇ ਮਿਲਦੇ ਆ ਸਾਨੂੰ? ਬਾਰੀ ਦੁਆਬ, ਮਾਝਾ, ਵਿਸਤ ਦੁਆਬ, ਦੁਆਬਾ, ਮਾਲਵਾ, ਹਰਿਆਣਾ ਪਲੇਨਸ। ਇਹ ਜਿਹੜੇ ਨੇ ਉੱਥੇ ਮਿਲਦੇ ਆ। ਨੈਕਸਟ ਹੈਗਾ ਜੀ ਵਟ ਇਜ਼ ਦੀ ਸਾਈਜ਼ ਆਫ ਟੂ ਦੀ ਬ੍ਰਹਮਪੁੱਤਰਾ ਪਲੇਨ। ਬ੍ਰਹਮਪੁੱਤਰਾ ਪਲੇਨ ਦਾ ਕੀ ਸਾਈਜ਼ ਆ? ਬ੍ਰਹਮਪੁੱਤਰਾ ਪਲੇਨ ਇਜ਼ ਆ 640 ਕਿਲੋਮੀਟਰ ਲੌਂਗ ਐਂਡ 9 to 100 ਕਿਲੋਮੀਟਰ ਵਾਈਡ। ਇਹ ਕੀ ਆ 640 ਕਿਲੋਮੀਟਰ ਲੌਂਗ ਆ ਅਤੇ 90 ਤੋਂ 100 ਕਿਲੋਮੀਟਰ ਤੱਕ ਚੌੜਾ ਵਾ। ਦੀਆਂ ਨੈਰੋ ਪਲੇਨਸ ਸ਼ੇਪ ਇਜ਼ ਟੂ ਦੀਆਂ ਨਾਰਥ ਈਸਟ ਟੂ ਵੈਸਟ। ਇਹ ਕੀ ਆ ਜਿਹੜਾ ਇਹਦੀ ਸ਼ੇਪ ਆ ਉਹ ਨਾਰਥ ਈਸਟ ਟੂ ਵੈਸਟ ਦੇ ਵਿੱਚ ਇਹਦੀ ਇੱਕ ਨੈਰੋ ਸ਼ੇਪ ਬਣਦੀ ਹੈ, ਛੋਟੀ ਜਿਹੀ ਸ਼ੇਪ ਬਣਦੀ ਹੈ। ਨੈਕਸਟ ਹੈਗਾ ਵਟ ਇਜ਼ ਦੀ extend to the ਅਰਾਵਲੀ ਮਾਊਂਟੇਨ ਰੇਂਜ ਗਿਵ ਟੂ ਦੀ ਨੇਮ ਆਫ ਟੂ ਦੀ ਹਾਈਐਸਟ ਪੀਕ। ਜਿਹੜੀਆਂ ਅਰਾਵਲੀ ਪਰਬਤ ਦੀ ਰੇਂਜ ਆ ਉਹ ਕਿੱਥੇ ਤੱਕ ਐਕਸਟੈਂਡ ਕਰਦੀ ਆ ਅਤੇ ਇਹਦਾ ਨੇਮ ਦੱਸਣਾ ਹਾਈਐਸਟ ਪੀਕ ਦਾ। ਅਰਾਵਲੀ ਇਜ਼ ਐਕਸਟੈਂਡ ਟੂ ਦੀ ਦਿੱਲੀ ਟੂ ਗੁਜਰਾਤ। ਇਹ ਦਿੱਲੀ ਤੋਂ ਗੁਜਰਾਤ ਤੱਕ ਐਕਸਟੈਂਡ ਹੁੰਦੀ ਆ। ਇਟ ਇਜ਼ 725 ਕਿਲੋਮੀਟਰ ਲੌਂਗ। ਗੁਰੂ ਸ਼ਿਖਰ 1722 ਮੀਟਰਸ ਹਾਈ ਇਨ ਦੀ ਹਾਈਐਸਟ ਪੀਕ। ਇਹਦੇ ਵਿੱਚ 725 ਕਿਲੋਮੀਟਰ ਲੌਂਗ ਜਿਹੜੀ ਆ ਗੁਰੂ ਸ਼ਿਖਰ ਅਤੇ 1722 ਕਿਲੋਮੀਟਰ ਤੱਕ ਇਹ ਉੱਚੀ ਆ, ਤਾਂ ਇਹ ਹਾਈਐਸਟ ਪੀਕ ਮੰਨੀ ਗਈ ਆ। ਨੈਕਸਟ ਹੈਗਾ ਬਾਈ ਵਟ ਇਜ਼ ਟੂ ਦੀ ਸਬ ਡਿਵੀਜ਼ਨਲ ਆਫ ਟੂ ਦੀ ਮਸੂਰ ਪਲੈਟਿਊ। ਮਸੂਰ ਪਲੈਟਿਊ ਦੇ ਵਿੱਚ ਕਿਹੜੇ ਸਬ ਡਿਵੀਜ਼ਨ ਨੇ? ਪਹਿਲਾ ਹੈਗਾ ਵਾ ਬਾਬਾ ਬੁਡਨ ਹਿੱਲ, ਮਾਲਨੰਦਨ ਅਤੇ ਮੀਡੀਅਨਸ। ਇਹ ਜਿਹੜੇ ਨੇ ਉਹਦੇ ਵਿੱਚ ਮੇਨ ਮੰਨੀਆਂ ਗਈਆਂ ਨੇ। ਨੈਕਸਟ ਹੈਗਾ ਬਾਈ ਨੇਮ ਦਾ ਮੇਜਰ ਪੀਕਸ ਆਫ ਟੂ ਦੀ ਵੈਸਟਰਨ ਘਾਟ। ਵੈਸਟਰਨ ਘਾਟ ਦੇ ਵਿੱਚ ਕਿਹੜੇ ਮੇਜਰ ਪੀਕਸ ਨੇ? ਵੈਨੀਲਾ ਮਾਲਾ, ਫਿਰ ਹੈਗੇ ਆ ਕੁੰਡਲਮੁਖ, ਪੁਸ਼ਪਾਗਿਰੀ, ਕਲਸੂਬਾਈ। ਇਹ ਜਿਹੜੇ ਨੇ ਇਹ ਵੈਸਟਰਨ ਘਾਟ ਦੇ ਵਿੱਚ ਮੇਜਰ ਪੀਕਸ ਨੇ। ਨੈਕਸਟ ਹੈਗਾ ਵਾ ਨੇਮ ਦੀ ਸਾਊਥਰਨ ਮਾਊਂਟੇਨ ਆਫ ਟੂ ਦੀ ਈਸਟਰਨ ਘਾਟ। ਈਸਟਰਨ ਘਾਟ ਦੇ ਵਿੱਚ ਸਾਊਥਰਨ ਮਾਊਂਟੇਨਸ ਕਿਹੜੇ ਨੇ? ਜਵੱਦੀ, ਗਿਨਗੀਜ਼, ਸ਼ਿਵੋਰੀਜ਼, ਕਾਲਾਮਰੋਇਸ, ਪੰਚਮਾਲੀਆਸ, ਗੌਡਮੁਲਾਰੀ ਆਰਸ ਟੂ ਦੀ hill of to the eastern ghat. Next question is which mountain range meets to the Anandmundi Coat। Anandmundi Coat ਦੇ ਵਿੱਚ ਕਿਹੜਾ ਮੀਟ ਕਰਦਾ ਵਾ? ਤੇ 3 ranges meet to the Anandmundi Coat ਦੇ ਵਿੱਚ ਮਿਲਦੀ ਆ। ਕਾਡਾਮੂਮਸ ਆਫ ਟੂ ਦੀ ਸਾਊਥ, ਆਨਾਮਲਾਈ ਫਰੋਮ ਟੂ ਦੀ ਨਾਰਥ, ਪਾਲਨੀ ਫਰੋਮ ਟੂ ਦੀ ਨਾਰਥ ਈਸਟ। ਇਹ ਜਿਹੜੇ ਨੇ ਉਹਦੇ ਵਿੱਚ ਜਾ ਕੇ ਮਿਲਦੀਆਂ ਨੇ। ਨੈਕਸਟ ਹੈਗਾ ਵਿਚ ਇਜ਼ ਦੀ ਹਿਲ ਸਟੇਸ਼ਨ ਆਰ ਫਾਊਂਡ ਟੂ ਦੀ ਡੈਕਨ ਪਲੈਟਿਊਜ਼ ਹਿਲ ਰੀਜਨ। ਡੈਕਨ ਜਿਹੜੇ ਪਲੈਟਿਊ ਹਿਲਸ ਦੇ ਵਿੱਚ ਕਿਹੜੇ ਹਿਲ ਸਟੇਸ਼ਨ ਮਿਲਦੇ ਆ? ਦੋਦਵਾ ਬੇਟਾ, ਔਕਟਾਕਮੁੰਡ ਅਤੇ ਕੋਡਾਈ ਕਨਲ। ਇਹ ਮਿਲਦੀਆਂ ਨੇ ਉੱਥੇ। ਫਿਰ ਨੈਕਸਟ ਹੈਗਾ ਜੀ ਵਟ ਇਜ਼ ਦੀ ਸਬ ਡਿਵੀਜ਼ਨ ਆਫ ਟੂ ਦੀ ਨਾਰਥ ਈਸਟ ਕੋਸਟਲ ਪਲੇਨ ਦੇ ਵਿੱਚ ਕਿਹੜੀਆਂ ਨੇ? ਉੜੀਸਾ ਕੋਸਟਲ ਅਤੇ ਨਾਰਥਰਨ ਕੈਨਕਾਰ ਕੋਸਟ। ਫਿਰ ਨੈਕਸਟ ਹੈਗਾ ਜੀ
ਨੇਮ ਆਫ ਟੂ ਦੀਆਂ ਇਜ਼ਲੈਂਡ ਇਨਟੂ ਦੀਆਂ ਅਰਬਨ ਸੀ, ਜਿਹੜੇ ਅਰਬਨ ਸੀ ਦੇ ਵਿੱਚ ਇਜ਼ਲੈਂਡ ਮਿਲਦੇ ਉਹ ਕਿਹੜੇ ਕਿਹੜੇ ਨੇ। ਦੀਆਂ ਗਰੁੱਪ ਆਫ ਟੂ ਦੀਆਂ ਇਜ਼ਲੈਂਡ ਇਜ਼ ਕਾਲਡ ਟੂ ਦੀਆਂ ਲਕਸ਼ਮਦੀਪ, ਜਿਹੜੇ ਲਕਸ਼ਦੀਪ ਦੇ ਵਿੱਚ ਮਿਲਦੇ ਆ, ਇੰਕਲੂਡਿੰਗ ਟੂ ਦੀਆਂ ਮੈਨੂਰੀ ਦੀਵੀ ਸੈਂਟਰਲ, ਫਿਰ ਹੈਗਾ ਮਿਨੀਕੋਈ ਇਨ ਸਾਊਥ, ਇਹ ਮਿਲਦੀਆਂ ਨੇ। ਫਿਰ ਅੱਗੇ ਹੈਗਾ ਵਿਚ ਆਫਸ਼ੋਰਸ ਇਜ਼ਲੈਂਡ ਆਰ ਫਾਊਂਡਡ ਨੀਅਰ ਟੂ ਦੀਆਂ ਕੋਸਟ ਆਫ ਟੂ ਦੀਆਂ ਇੰਡੀਆ, ਇੰਡੀਆ ਦੇ ਕੋਸਟ ਦੇ ਵਿੱਚ ਔਨ ਸੋਰਸ ਕਿਹੜੀਆਂ ਕਿਹੜੀਆਂ ਨੇ, ਸਾਗਰ, ਸੂਰਤ, ਨਿਊ ਮੋਰ ਇਜ਼ਲੈਂਡ, ਬਾਰਾਸਾਰਾ, ਪਲੰਬਨ, ਐਲੀਫੈਂਟਾ ਆਰ ਟੂ ਦੀਆਂ ਨੀਅਰ ਕੋਸਟ ਆਫ ਟੂ ਦੀਆਂ ਇੰਡੀਆ। ਨੈਕਸਟ ਹੈਗਾ ਬਾਈ ਵੇਅਰ ਇਜ਼ ਦੀਆਂ ਸਾਊਥਰਨ ਫਰੰਟ ਪੁਆਇੰਟ ਆਫ ਟੂ ਦੀਆਂ ਇੰਡੀਆ ਲੋਕੇਟਡ, ਜਿਹੜਾ ਸਾਊਥਰਨ ਫਰੰਟ ਪੁਆਇੰਟ ਆ ਇੰਡੀਆ ਦੇ ਵਿੱਚ ਕਿੱਥੇ ਲੋਕੇਟ ਕਰਦਾ, ਇੰਦਰਾ ਪੁਆਇੰਟ ਦੇ ਉੱਤੇ ਲੋਕੇਟ ਕਰਦਾ ਵਾ। ਨੈਕਸਟ ਹੈਗਾ ਜੀ ਨੈਕਸਟ ਹੈਗਾ ਗਿਵ ਦੀਆਂ ਐਨੀ 3 ਇੰਪੋਰਟੈਂਟ ਫੈਕਟਰ ਆਫ ਟੂ ਦੀਆਂ ਪੈਨੀਸੂਲਾ ਪਲੇਟੂ, ਪੈਨੀਸੂਲਾ ਪਲੇਟੂ ਦੇ 3 ਇਫੈਕਟ ਦੱਸਣੇ ਆ। ਇਟ ਇਜ਼ ਟੂ ਦੀਆਂ ਸਟੋਰ ਹਾਊਸ ਆਫ ਟੂ ਦੀਆਂ ਮੈਨੀ ਮਿਨਰਲਸ, ਇੱਥੇ ਵਿੱਚ ਕੀ ਆ ਬਹੁਤ ਸਾਰੇ ਮਿਨਰਲਸ ਮਿਲ ਜਾਂਦੇ ਆ। ਕਾਰਡੀਕੂਨਲਸ, ਆਟਾਮੂਡਸ ਐਕਸੈਕਟਰਾ ਆਰ ਦੀਆਂ ਹਿਲ ਆਰ ਫਾਊਂਡ, ਇੱਥੇ ਹਿਲਸ ਆ ਮਿਲਦੀਆਂ ਨੇ। ਤੇ ਵੈਲਿਊਏਬਲ ਫੋਰੈਸਟ ਪ੍ਰੋਵਾਈਡਡ ਟਿੰਬਰ, ਇੱਥੋਂ ਸਾਨੂੰ ਵੈਲਿਊਏਬਲ ਜਿਹੜੇ ਫੋਰੈਸਟ ਤੋਂ ਜਿਹੜੀਆਂ ਟਿੰਬਰਸ ਮਿਲਦੀਆਂ ਨੇ, ਯਾਨੀ ਕਿ ਲੱਕੜਾਂ ਮਿਲਦੀਆਂ ਨੇ, ਇੱਥੋਂ ਹੀ ਮਿਲਦੀਆਂ ਨੇ। ਗਿਵ ਐਨੀ 3 ਯੂਜ਼ ਆਫ ਟੂ ਦੀਆਂ ਕੋਸਟਲ ਪਲੇਨ ਇਸ ਦੀਆਂ ਇੰਟਾਇਰ ਕੰਟਰੀ, ਕਿਹੜੇ ਕਿਹੜੇ 3 ਜਿਹੜੇ ਪੁਆਇੰਟਸ ਨੇ ਜਿਹੜੇ ਕਿ ਸਾਨੂੰ ਕੋਸਟਲ ਏਰੀਆ ਦੇ ਵਿੱਚੋਂ ਸਾਡੀ ਇੰਟਾਇਰ ਕੰਟਰੀ ਦੇ ਲਈ ਯੂਜ਼ਫੁਲ ਨੇ, ਕਿਹੜੇ ਕਿਹੜੇ ਨੇ। ਨੈਚੁਰਲ ਬੇਜ਼ ਐਂਡ ਪੋਰਟਸ ਆਰ ਫਾਊਂਡ, ਜਿਹੜੇ ਨੈਚੁਰਲ ਬੇਜ਼ ਯਾਨੀ ਕਿ ਘਾਟੀਆਂ ਤੇ ਪੋਰਟ ਮਿਲਦੇ ਆ ਸਾਨੂੰ। ਤੇ ਮੋਰ ਰੰਗੂਨਸ ਆਰ ਫਾਊਂਡ, ਇੱਥੇ ਰੰਗੂਨਸ ਵੀ ਮਿਲਦੇ ਨੇ। ਤੇ ਕੀ ਗਿਆ ਇਟ ਇਜ਼ ਅ ਰਿਚ ਫਿਸ਼ਿੰਗ ਗਰਾਊਂਡ, ਇਹ ਰਿਚ ਫਿਸ਼ਿੰਗ ਗਰਾਊਂਡ ਵੀ ਹੈਗਾ ਵਾ। ਤਾਂ ਇਹ ਜਿਹੜੇ ਸੀਗੇ ਤੁਹਾਡੇ ਜਿਹੜੇ 29 ਵੈਰੀ ਸ਼ਾਰਟ ਕੁਐਸਚਨ ਆਨਸਰ ਸੀਗੇ, ਜਿਹੜੇ ਕਿ ਤੁਸੀਂ ਆਪਣੇ ਕਾਪੀ ਦੇ ਉੱਤੇ ਵੀ ਲਿਖ ਸਕਦੇ ਹੋ ਤੇ ਪਲੱਸ ਇਹਨਾਂ ਨੂੰ ਯਾਦ ਵੀ ਕਰ ਸਕਦੇ ਹੋ। ਇਹ ਚੈਪਟਰ ਬੇਸਡ ਨੇ ਪਰ ਇਹਦੇ ਵਿੱਚ ਤੁਹਾਨੂੰ ਜ਼ਿਆਦਾਤਰ ਤੁਹਾਨੂੰ ਇਹਨਾਂ ਦੇ ਨਾਮ ਯਾਦ ਰੱਖਣੇ ਪੈਣਗੇ ਤੇ ਇਹਨੂੰ ਬਾਰ-ਬਾਰ ਯਾਦ ਕਰੋਗੇ, ਬਾਰ-ਬਾਰ ਵੀਡੀਓ ਨੂੰ ਦੇਖੋਗੇ ਤਾਂ ਤੁਹਾਨੂੰ ਈਜ਼ੀਲੀ ਇਹ ਸਾਰੀਆਂ ਚੀਜ਼ਾਂ ਯਾਦ ਹੋਣ ਲੱਗ ਜਾਣਗੀਆਂ ਤੇ ਆਪਣੇ ਮਾਈਂਡ ਦੇ ਵਿੱਚ 4 ਡਾਇਰੈਕਸ਼ਨ ਤੇ ਇੰਡੀਆ ਦੀਆਂ 4 ਜਿਹੜੀਆਂ ਡਾਇਰੈਕਸ਼ਨਸ ਦੇ ਅਕੋਰਡਿੰਗ ਜਿਹੜੇ ਏਰੀਆ ਪੈਂਦੇ ਨੇ ਉਹ ਤੁਸੀਂ ਜ਼ਿਆਦਾਤਰ ਯਾਦ ਰੱਖਣੇ ਆ। ਕੋਸਟਲ ਏਰੀਆ ਕਿਹੜੇ ਨੇ, ਹਿਮਾਲਿਆ ਦੇ ਨੀਅਰ ਬਾਈ ਕਿਹੜੇ ਕਿਹੜੇ ਨੇ, ਜਾਂ ਜਿਹੜੇ ਨਾਰਥਰਨ ਪਲੇਨ ਆ ਉਹ ਕਿਹੜੇ ਕਿਹੜੇ ਏਰੀਆਜ਼ ਦੇ ਵਿੱਚ ਆਉਂਦਾ ਵਾ। ਮੈਂ ਤੁਹਾਨੂੰ ਇਹਦੇ ਵਿੱਚ ਪਿਕਚਰਸ ਵੀ ਲਗਾ ਕੇ ਤਾਂ ਹੀ ਦਿਖਾਈਆਂ ਨੇ ਵੀ ਤਾਂ ਜੋ ਤੁਸੀਂ ਈਜ਼ੀਲੀ ਉਹ ਪਿਕਚਰਸ ਦੇ ਅਕੋਰਡਿੰਗ ਉਹ ਚੀਜ਼ਾਂ ਨੂੰ ਆਪਣੇ ਮਾਈਂਡ ਦੇ ਵਿੱਚ ਬਿਠਾ ਸਕੋ। ਕੱਲ੍ਹ ਨੂੰ ਜੇ ਤੁਸੀਂ ਮੈਪ ਦੇ ਵਿੱਚ ਵੀ ਕਰਨਾ ਵਾ ਤਾਂ ਤੁਹਾਨੂੰ ਈਜ਼ੀਲੀ ਉਹ ਸਾਰੀਆਂ ਚੀਜ਼ਾਂ ਯਾਦ ਰਹਿ ਜਾਣ। ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਜੇਕਰ ਪਸੰਦ ਆਈ ਤਾਂ ਇਹਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਜਿਹੜਾ ਫਸਟ ਪਰਸਨ ਜਿਹੜੇ ਪਹਿਲੀ ਵਾਰ ਮੇਰੇ ਇਸ ਚੈਨਲ ਦੇ ਉੱਤੇ ਆਏ ਹਨ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਹਦਾ ਨੈਕਸਟ ਪਾਰਟ ਜਿਹੜਾ ਉਹ ਮੈਂ ਜਲਦੀ ਹੀ ਅਪਲੋਡ ਕਰਾਂਗਾ, ਉਹਦੇ ਵਿੱਚ ਸ਼ਾਰਟ ਤੇ ਪਲੱਸ ਲੌਂਗ ਕੁਐਸਚਨ ਦੇ ਵਿੱਚ ਉਹਦੇ ਵਿੱਚ ਪਾ ਕੇ ਇਹ ਵੀਡੀਓ ਬਣਾਵਾਂਗੇ। ਇਹ ਵੀਡੀਓ ਥੋੜੀ ਲੰਬੀ ਜ਼ਰੂਰ ਹੋ ਗਈ ਆ ਪਰ ਤੁਸੀਂ ਇਸ ਨੂੰ ਪੂਰੀ ਤੱਕ ਦੇਖਣਾ ਵਾ। ਥੈਂਕਸ ਅ ਲੋਟ ਵਾਚਿੰਗ ਮਾਈ ਵੀਡੀਓ।